ਗੁਰਬਾਣੀ ਪ੍ਰੋਗਰਾਮ ਦਾ ਜਿਵੇਂ ਪਰਪਸ ਅਸੀਂ ਅਕਸਰ ਬਾਤ ਕਰਦੇ ਹਾਂ, ਗੁਰਬਾਣੀ ਦੀ ਬਾਤ ਕਰਨੀ, ਗੁਰਬਾਣੀ ਇਨਸਾਨੀਅਤ ਦੀ, ਮਨੁੱਖਤਾ ਦੀ ਬਾਤ ਕਰਦੀ ਅਤੇ ਮਨੁੱਖਤਾ ਦੀ ਭਲਾਈ ਦੀ ਬਾਤ ਕਰਨੀ। ਇਹਦੇ ਵਾਸਤੇ ਸਾਡੇ ਕੋਲ ਗੁਰਬਾਣੀ ਕਿੱਡਾ ਵੱਡਾ ਸਮੁੰਦਰ ਹੈ ਕਿ ਜਿਹਦੇ ਵਿੱਚੋਂ ਹਰ ਪੱਖ ਤੋਂ, ਹਰ ਪਰਿਪੇਖ ਤੋਂ ਸਾਡੇ ਵਾਸਤੇ ਬੜੇ ਕੀਮਤੀ ਹੀਰੇ ਮੋਤੀ ਮਾਣਕ ਪਏ ਨੇ, ਜਿਹੜੇ ਸਾਡੇ ਜੀਵਨ ਨੂੰ ਰੁਸ਼ਨਾਉਂਦੇ ਨੇ, ਅਮੀਰੀ ਬਖਸ਼ਦੇ ਨੇ, ਜਿਹੜੇ ਸਾਡੇ ਖਿਆਲਾਂ ਨੂੰ ਪ੍ਰਵਾਜ਼ ਦਿੰਦੇ ਨੇ, ਜਿਹੜੇ ਸਾਡੀ ਜ਼ਿੰਦਗੀ ਦੀ ਰਫ਼ਤਾਰ ਨੂੰ ਇੱਕ ਨਵੇਂ ਰੰਗ ਵਿੱਚ ਰੰਗ ਦਿੰਦੇ ਨੇ। ਸੋ ਇਸ ਸਾਰੇ ਨੂੰ ਅਸੀਂ ਵੱਖਰੇ ਵੱਖਰੇ ਮਜ਼ਮੂਨਾਂ ਦੇ ਜ਼ਰੀਏ ਸਮਝਦੇ ਹਾਂ, ਬਾਤ ਪਾਉਂਦੇ ਹਾਂ। ਅੱਜ ਦੇ ਇਸ ਸਮੇਂ ਦੇ ਵਿੱਚੋਂ ਜਿਹਦੇ 'ਚੋਂ ਗੁਜ਼ਰ ਰਹੇ ਹੈਗੇ ਆ, ਬੜੀ ਸਾਇੰਸ ਦੀ ਗੱਲ ਹੁੰਦੀ ਹੈ, ਮਾਡਰਨਿਜ਼ਮ ਦੀ ਗੱਲ ਹੁੰਦੀ ਹੈ, ਪੋਸਟ ਮਾਡਰਨਿਜ਼ਮ ਦੀ ਗੱਲ ਹੋ ਰਹੀ ਹੈ ਅੱਜ ਕੱਲ੍ਹ, ਜਿਸ ਸਾਰੇ ਰੂਪ ਵਿੱਚ ਦੇਖਿਆ ਜਾਂਦਾ ਹੈ। ਸੋ ਇਹ ਸਾਰੇ 'ਚ ਕਈ ਵਾਰੀ ਸਵਾਲ ਆਉਂਦੇ ਨੇ ਕਿ ਜੋ ਅੱਜ ਸਾਇੰਸ ਦੇ ਐਰਾ ਦੇ ਵਿੱਚ, ਇਨੋਵੇਟਿਵ ਵਰਲਡ ਦੇ ਵਿੱਚ, ਕਾਢਾਂ ਦੀ ਇਸ ਦੁਨੀਆ ਦੇ ਅੰਦਰ ਅਸੀਂ ਵਿਚਰ ਰਹੇ ਹਾਂ, ਇੱਥੇ ਸਭ ਕਾਸੇ ਦੇ ਜਵਾਬ ਸਾਨੂੰ ਮਿਲ ਗਏ ਨੇ, ਜਾਂ ਜੋ ਅਸੀਂ ਮਾਡਰਨਿਜ਼ਮ ਨੂੰ ਅਸੀਂ ਮੰਨ ਰਹੇ ਹਾਂ ਕਿ ਮਾਡਰਨਿਜ਼ਮ ਦੇ ਵਿੱਚ ਸਭ ਕਾਸੇ ਦੇ ਜਵਾਬ ਮੌਜੂਦ ਨੇ ਤੇ ਸਾਨੂੰ ਮਿਲ ਜਾਣਗੇ। ਜਿਵੇਂ ਅਸੀਂ ਵੱਡੇ ਪੱਧਰ 'ਤੇ ਵੀ ਦੇਖ ਰਹੇ ਹਾਂ, ਸਾਡੇ ਧਰਮ ਪ੍ਰਚਾਰ ਦਾ ਖੇਤਰ ਜਿਹੜਾ ਸਿੱਖੀ ਦੇ ਦਾਇਰੇ 'ਚ ਮੈਂ ਰਹਿ ਕੇ ਜੇ ਬਾਤ ਕਰਾਂ, ਅਤੇ ਬੜੀ ਅੱਜ ਕੱਲ੍ਹ ਅਪਗ੍ਰੇਡ ਥਿੰਕਿੰਗ ਦੀ ਗੱਲ ਕੀਤੀ ਜਾ ਰਹੀ ਹੈ, ਬੜੀ ਆਪਣੇ ਆਪ ਨੂੰ ਜਿਹੜਾ ਹੈਗਾ ਸਾਇੰਟੀਫਿਕਲੀ ਸਾਈਡ ਤੋਂ ਉਹਦੇ ਨਾਲ ਮੈਚ ਕਰਕੇ ਗੱਲ ਕਰਨ ਦੀ ਕੀਤੀ ਜਾ ਰਹੀ ਹੈ। ਕਈ ਵਾਰੀ ਮੈਂ ਖੁਦ ਗੁਰਬਾਣੀ ਦੀ ਕਥਾ ਕਰਦਾ ਤਾਂ ਬਜ਼ਾਤੇ ਕਈ ਵਾਰੀ ਲੋਕ ਕਹਿਣਗੇ, ਹਾਂ ਤੁਸੀਂ ਬੜੇ ਸਾਇੰਟੀਫਿਕ ਵੇ ਨਾਲ ਗੁਰਬਾਣੀ ਸਮਝਾਉਂਦੇ ਹੋ, ਇਸ ਕਿਸਮ ਦੀ ਗੱਲ ਵੀ ਹੁੰਦੀ ਹੈ। ਹਾਲਾਂਕਿ ਜਦੋਂ ਮੈਂ ਬਾਤ ਕਰਦਾ ਤਾਂ ਗੁਰਬਾਣੀ ਦੇ ਸਮਝਣ ਵਾਸਤੇ ਕੁਝ ਅੱਜ ਦੀ ਦੁਨੀਆ ਦੇ ਵਿੱਚੋਂ ਐਗਜ਼ਾਮਪਲ ਕਰ ਦੇਣੀ ਆ, ਅੱਜ ਦੇ ਲਿਟਰੇਚਰ ਨੂੰ ਕੋਡ ਕਰ ਦੇਣਾ, ਇਹ ਹਰਗਿਜ਼ ਦਾ ਮਤਲਬ ਨਹੀਂ ਗਾ ਕਿ ਗੁਰਬਾਣੀ ਨੂੰ ਅਤੇ ਸਾਇੰਸ ਨੂੰ ਮੈਂ ਇੱਕ ਕੰਪੈਰੇਟਿਵ ਲੈਵਲ 'ਤੇ ਲਿਆ ਕੇ ਬਿਆਨ ਕਰ ਰਿਹਾ ਹੈਗਾ। ਹਾਂ, ਕਿਸੇ ਦੀ ਸਮਝ ਉਸ ਰੂਪ ਵਿੱਚ ਕਹਿ ਸਕਦੀ ਹੈ, ਮੈਂ ਉਹਦੇ 'ਚ ਬਹੁਤ ਜ਼ਿਆਦਾ ਉਸ ਨੂੰ ਜਿਹੜਾ ਹੈਗਾ ਹਾਂ ਜਾਂ ਨਾ 'ਚ ਨਹੀਂ ਕਹਿ ਸਕਦਾ, ਪਰ ਐਕਚੁਅਲ ਲੈਵਲ 'ਤੇ ਜਿਹੜਾ ਮੁੱਖ ਰੂਪ ਵਿੱਚ ਆਸ਼ਾ ਹੈ ਉਹ ਗੁਰਬਾਣੀ ਦੇ ਨਾਲ ਹੀ ਆਪਣੀ ਆਤਮਸਾਤ ਹੋ ਕੇ ਅਤੇ ਜੀਵਨ ਨੂੰ ਸੇਧ ਦੇਣੀ ਹੈ। ਹੁਣ ਆ ਜਾ ਮੈਂ ਬੇਸਿਕ ਸਵਾਲ ਦੇ ਉੱਤੇ, ਮਾਡਰਨਿਟੀ ਦੀ ਗੱਲ ਕੀਤੀ ਗਈ ਕਿ ਮਾਡਰਨਿਟੀ ਸਾਡੇ ਹਰ ਸਵਾਲ ਦਾ ਜਵਾਬ ਦੇ ਰਹੀ ਹੈ। ਇਹ ਜਿਹੜਾ ਸਾਇੰਸ ਦਾ ਪਰਿਪੇਖ ਆ, ਇਹਦੇ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਕੰਪਲੀਟਲੀ ਸੈਟਿਸਫੈਕਸ਼ਨ ਹੋ ਜਾਏਗੀ, ਜਾਂ ਕੁਝ ਜ਼ਿੰਦਗੀ ਦੇ ਐਸੇ ਸਵਾਲ ਵੀ ਨੇ ਜਿਹੜੇ ਇਹਦੇ ਤੋਂ ਬਿਯੋਂਡ ਨੇ, ਇਹ ਤੋਂ ਪਰੇ ਨੇ, ਜਿਹੜੇ ਸਾਨੂੰ ਸਿਰਫ ਸਾਇੰਸ ਤੋਂ ਜਾਂ ਮਾਡਰਨ ਲਿਟਰੇਚਰ ਤੋਂ ਜਾਂ ਮਾਡਰਨਿਟੀ ਤੋਂ ਜਾਂ ਪੋਸਟ ਮਾਡਰਨਿਜ਼ਮ ਦੀ ਸਾਰੀ ਕਾਢ ਤੋਂ ਸਾਨੂੰ ਸਮਝ ਨਹੀਂ ਆ ਸਕਦੇ। ਇਸ ਸਾਰੇ ਦੇ ਬਾਬਤ ਅੱਜ ਫਿਰ ਅਸੀਂ ਬਾਤ ਪਾਵਾਂਗੇ। ਬਾਤ ਪਾਉਣ ਵਾਸਤੇ ਸਾਡੇ ਕੋਲ UK ਬੇਸਡ ਚਾਰਟਰ ਸਾਈਕੋਲੋਜਿਸਟ ਅਤੇ ਬੜੀ ਲਰਨਡ ਪਰਸਨੈਲਿਟੀ, ਬੜੇ ਪਿਆਰੇ ਗੁਰਸਿੱਖ ਸਾਡੇ ਮਿੱਤਰ ਵੀਰ ਜੀ ਰਾਜਵਿੰਦਰ ਸਿੰਘ UK ਵਾਲੇ ਮੌਜੂਦ ਨੇ। ਸਭ ਤੋਂ ਪਹਿਲਾਂ ਆਓ ਉਹਨਾਂ ਨੂੰ ਜੀ ਆਏ ਕਹਿੰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਜੋ ਸਵਾਲ ਮੈਂ ਦਰਸ਼ਕਾਂ ਦੇ ਸਾਹਮਣੇ ਰੱਖਿਆ, ਤੁਹਾਡੇ ਸਾਹਮਣੇ ਰੱਖਾਂ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਮਾਡਰਨ ਏਰਾ ਅਤੇ ਪੋਸਟ ਮਾਡਰਨ ਏਰਾ, ਇਹਨੂੰ ਅਸੀਂ ਕਿਸ ਰੂਪ ਵਿੱਚ ਐਕਸਪਲੇਨ ਕਰਦੇ ਹਾਂ, ਅੰਡਰਸਟੈਂਡ ਕਰਦੇ ਹਾਂ। ਜਿਹੜਾ ਮਾਡਰਨ ਏਰਾ ਸੀ ਨਾ ਜੀ, ਉਹਦੇ 'ਚ ਇੱਕ ਗਿਵਨ ਥਿੰਗ ਸੀਗੀ ਕਿ ਦਿਸ ਸਰਟਨਟੀ, ਹਰ ਚੀਜ਼ ਦੀ ਸਰਟਨਟੀ ਹੈਗੀ ਹੈ। ਸਾਨੂੰ ਰੱਬ ਦੀ ਸਰਟਨਟੀ ਵੀ ਸੀਗੀ, ਸਾਨੂੰ ਰੱਬ ਦੀ ਅਨਸਰਟਨ, ਪਰ ਉਹ ਸੀਗਾ ਕਿ ਸਵਾਲ ਨਹੀਂ ਸੀਗਾ, ਬਸ ਇਹੀ ਸੀਗਾ ਕਿ ਹਾਂ ਨਹੀਂ ਹੈਗਾ, ਅਤੇ ਵੀ ਇੱਕ ਸੱਚ ਹੈਗਾ, ਇੱਕ ਝੂਠ ਹੈਗਾ। ਅਤੇ ਜਿਹੜਾ ਪੋਸਟ ਮਾਡਰਨਿਜ਼ਮ ਵਿੱਚ ਆਇਆ, ਇਨ ਵੇ ਕਿ ਮਾਡਰਨਿਜ਼ਮ ਦਾ ਮਤਲਬ ਸੀਗਾ, ਤੁਸੀਂ ਕਹਿ ਰਹੇ ਹੋ ਕਿ ਬਲੈਕ ਐਂਡ ਵਾਈਟ ਸੀ। ਹਾਂ, ਸਰਟਨਟੀ ਦਾ ਮਤਲਬ ਇਹ ਹੋ ਗਿਆ ਬਲੈਕ ਐਂਡ ਵਾਈਟ, ਦਿਸ ਥਿੰਗ ਇਜ਼ ਬਲੈਕ ਐਂਡ ਦਿਸ ਇਜ਼ ਵਾਈਟ, ਵੀ ਆਰ ਵੈਰੀ ਕਲੀਅਰ, ਲਾਈਨਸ ਬਿਲਕੁਲ ਕਲੀਅਰ ਸੀਗੀਆਂ। ਮਾਡਰਨਿਜ਼ਮ ਦਾ ਮਤਲਬ ਇਹ ਹੋ ਗਿਆ ਕਿ ਆਹ ਚੀਜ਼ ਇੱਕ ਜਿਹੜੀ ਹੈਗੀ ਹੈ ਰੱਬ ਦੇ ਕੌਨਸੈਪਟ ਦੇ ਵਿੱਚ ਕੋਈ ਬੰਦਾ ਕਹਿ ਰਿਹਾ, ਇੱਕ ਰੱਬ ਦੇ ਕੌਨਸੈਪਟ 'ਚ ਨਹੀਂ ਕਹਿ ਰਿਹਾ, ਕਲੈਰਿਟੀ ਹੋ ਗਈ ਇਸ ਰੂਪ ਵਿੱਚ, ਸਰਟਨਟੀ ਆ ਗਈ। ਲੱਗਾ ਇਹ ਕਿ ਮਾਡਰਨਿਜ਼ਮ ਨੇ ਸਾਰਾ ਕੁਝ ਜਿਹੜਾ ਹੈਗਾ ਪੁਣ ਛਾਣ ਕਰਤੀ, ਉਸ ਨੂੰ ਸਾਡੇ ਸਾਹਮਣੇ ਐਗਜ਼ੈਕਟਲੀ ਐਜ਼ ਇਟ ਇਜ਼ ਪ੍ਰੈਜ਼ੈਂਟ ਕਰਤਾ ਜੀ। ਪਰ ਜਿਹੜਾ ਪੋਸਟ ਮਾਡਰਨਿਜ਼ਮ ਮੇਰਾ ਆਇਆ ਨਾ, ਤਾਂ ਉਹਦੇ ਵਿੱਚ ਫਿਰ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕੀਤੇ ਵੀ ਜ਼ਿੰਦਗੀ ਐਕਚੁਅਲੀ ਇੰਨੀ ਕਲੀਅਰ ਕੱਟ ਨਹੀਂ ਹੈਗੀ, ਸਾਇੰਸ ਵੀ ਇੰਨੀ ਕਲੀਅਰ ਕੱਟ ਨਹੀਂ ਹੈਗੀ। ਹੁਣ ਜਦੋਂ ਆਪਾਂ ਸਾਇੰਸ 'ਤੇ ਵੀ, ਕਿਉਂਕਿ ਲੋਕ ਸਾਇੰਸ 'ਤੇ ਆਮ ਤੌਰ ਜਾਂਦੇ ਵੀ ਸਾਇੰਸ ਦੀ ਸਰਟਨਟੀ ਹੈਗੀ ਹੈ, ਜਦੋਂ ਅਸੀਂ ਬਿਯੋਂਡ ਐਟਮ ਦੇ ਚਲੇ ਜਾਈਏ ਅਤੇ ਬਿਲਕੁਲ ਇਹ ਜਿਹੜੇ ਪਾਰਟੀਕਲ ਫਿਜ਼ਿਕਸ 'ਤੇ ਚਲੇ ਜਾਈਏ, ਸਾਨੂੰ ਪਤਾ ਲੱਗਦਾ ਕਿ ਐਕਚੁਅਲੀ ਸਾਡੇ ਕੋਲ ਕੋਈ ਸਰਟਨਟੀ ਨਹੀਂ ਹੈਗੀ। ਸਾਨੂੰ ਉਹਨਾਂ ਦਾ ਤਾਂ ਪਤਾ ਲੱਗਦਾ ਹੈਗਾ ਕਿਉਂਕਿ ਉੱਥੇ ਕੁਛ ਰਹਿ ਗਿਆ, ਉਹ ਟਰੇਸ ਛੱਡ ਗਏ ਆਪਣੀ, ਕਿ ਐਕਚੁਅਲੀ ਜਿਹੜੇ ਐਟਮਸ ਹੈਗੇ, ਪਾਰਟੀਕਲਸ ਹੈਗੇ, ਦੇ ਆ ਵੇਵਸ, ਕਿਉਂਕਿ ਸਾਨੂੰ ਪਤਾ ਨਹੀਂ ਹੈਗਾ ਵੀ ਉਹ ਕਿੱਥੇ ਹੈਗਾ, ਸੋ ਅਸੀਂ ਕਹਿੰਦੇ ਹਾਂ ਵੇਵ ਹੈਗੀ ਹੈ। ਅਤੇ ਅਸੀਂ ਹੁਣ ਜੇ ਸਪੇਸ ਵੀ ਸਟੱਡੀ ਕਰ ਰਹੇ ਹਾਂ, ਸਾਨੂੰ ਲੱਗਦਾ ਕਿ ਉੱਥੇ ਕੁਛ ਹੋਰ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਸਾਨੂੰ ਇਮੈਜਨ ਨਹੀਂ ਸੀ ਕਰ ਸਕਦੇ, ਦੁਨੀਆ ਖੋਲ ਰਹੀ। ਸੋ ਜਿਹੜੀ ਸਰਟਨਟੀ ਸੀਗੀ ਉਹ ਚਲੀ ਗਈ, ਪਰ ਉਹਦੇ ਨਾਲ ਇਹ ਹੋ ਗਿਆ ਕਿ ਲੋਕ ਸਾਇੰਸ ਤੋਂ ਵੀ ਥੋੜ੍ਹਾ ਜਿਹਾ ਅੱਕ ਗਏ, ਪਰ ਫਿਰ ਰਿਲੀਜਨ ਤੋਂ ਵੀ ਅੱਕ ਗਏ, ਕਿਉਂਕਿ ਰਿਲੀਜਨ ਦਾ ਵੀ ਸਰਟਨਟੀ ਨਾ ਰਹੀ।
ਉਹ ਜਿਹੜਾ ਅੰਦਰਲਾ ਵਿਸ਼ਵਾਸ ਸੀਗਾ ਨਾ, ਅੰਦਰੂਲਾ ਵਿਸ਼ਵਾਸ ਕਿ ਕੁਝ ਹੈ ਜਿਹੜਾ ਮੇਰੇ ਬਿਯੋਂਡ ਹੈਗਾ, ਉਹਦਾ ਥੋੜ੍ਹਾ ਜਿਹਾ ਹੋ ਗਿਆ ਕਿ ਜੇ ਬਿਯੋਂਡ ਹੈਗਾ ਤਾਂ ਮੈਂ ਦੇਖਣਾ ਚਾਹੁੰਦਾ, ਕਿਉਂਕਿ ਸਾਰਾ ਹੋ ਗਿਆ, ਅਸੀਂ ਸਾਰਾ ਕੁਝ ਦੇਖ ਸਕਦੇ ਹਾਂ, ਸੋ ਅਸੀਂ ਰੱਬ ਨੂੰ ਵੀ ਦੇਖ ਸਕੀਏ। ਪਰ ਗੱਲ ਹੈ ਕਿ ਫਿਰ ਅਸੀਂ ਗੱਲ ਕਰਦੇ ਹਾਂ ਉਸ ਰੱਬ ਦੀ ਜਿਹੜਾ ਕਿ ਬੇਅੰਤ ਹੈਗਾ, ਸੋ ਉਹਨੂੰ ਦੇਖਣਾ ਕਿਵੇਂ। ਸੋ ਅਸੀਂ ਉਹ ਬੰਦੇ ਦੇ ਵਿੱਚ ਸਰਟਨਟੀ ਲੱਭਣ ਲੱਗ ਗਏ, ਬੰਦੇ ਦੇ ਐਕਸ਼ਨਾਂ 'ਤੇ ਦੇਖਣ ਲੱਗ ਪਏ ਵੀ ਇਹ ਇੱਥੋਂ ਸਰਟਨਟੀ ਮਿਲੂ ਕਿ ਨਹੀਂ ਮਿਲੂ। ਅਤੇ ਉਹਦੇ ਨਾਲ ਜਿਹੜਾ ਹੈਗਾ ਕਿ ਜੇ ਅਸੀਂ ਬਾਕੀ ਸੋਚੀਏ ਵੀ ਆਪਣਾ ਇਨਵਾਇਰਮੈਂਟ, ਕਲਾਈਮੇਟ ਦਾ ਹੁਣ ਬੜਾ ਰੌਲਾ ਪੈ ਰਿਹਾ ਕਿ ਛੋਟੀ ਛੋਟੀਆਂ ਚੀਜ਼ਾਂ ਜਿਹੜੀਆਂ ਕਿ ਅਸੀਂ ਕਰ ਰਹੇ ਹਾਂ, ਸਾਨੂੰ ਪਤਾ ਨਹੀਂ ਹੈਗਾ ਕਿ ਇਹਨਾਂ ਦਾ ਇੰਪੈਕਟ ਕਿੱਥੇ ਹੋ ਰਿਹਾ, ਕਿਵੇਂ ਹੋ ਰਿਹਾ। ਉਹ ਜਿਹੜੀ ਅਨਸਰਟਨਟੀ ਆ ਗਈ ਵੀ ਮੈਨੂੰ ਹੁਣ ਪਤਾ ਹੀ ਨਹੀਂ ਕਿ ਠੀਕ ਕੀ ਹੈ ਅਤੇ ਗਲਤ ਕੀ ਹੈ। ਐਕਚੁਅਲੀ ਇੰਨਾ ਮੁਸ਼ਕਿਲ ਨਹੀਂ ਹੈਗਾ, ਜੋ ਮੋਰਲੀ ਗਲਤ ਹੈਗਾ ਉਹ ਗਲਤ ਹੈਗਾ, ਪਰ ਅਸੀਂ ਉਹਨੂੰ ਇਸ 'ਤੇ ਕਰ ਦਿੱਤਾ ਕਿ ਇਹਦਾ ਤੁਹਾਡਾ ਓਪੀਨੀਅਨ ਹੋ ਗਿਆ ਜਾਂ ਫੇਕ ਹੋ ਗਿਆ ਜਾਂ ਇੱਦਾਂ ਹੋ ਗਿਆ। ਮੋਡਰਨਿਟੀ ਦਾ ਜਿਹੜਾ ਡਾਊਨਫਾਲ ਹੈਗਾ ਇਹੀ ਹੈਗਾ ਕਿ ਇਸ ਵੇਲੇ ਸਾਨੂੰ ਪਤਾ ਨਹੀਂ ਹੈਗਾ ਕਿ ਅਸੀਂ ਵਿਸ਼ਵਾਸ ਕਿੱਧਰ ਨੂੰ ਲੈ ਕੇ ਚੱਲੀਏ। ਸਾਨੂੰ ਆਪਣੇ ਆਪ 'ਤੇ ਵਿਸ਼ਵਾਸ ਨਹੀਂ ਹੈ, ਸੋ ਅਸੀਂ ਪਰਸਨੈਲਿਟੀਜ਼ 'ਤੇ ਆ ਜਾਂਦੇ ਹਾਂ। ਸੌਰੀ, ਮੈਂ ਤੁਹਾਨੂੰ ਜੇ ਇੱਥੇ ਪੱਲੇ ਇੰਟਰਪਟ ਕਰ ਰਿਹਾ। ਤੁਸੀਂ ਜਿਹੜੀ ਇਹ ਗੱਲ ਕਰ ਰਹੇ ਹੈਗੇ ਹੋ ਕਿ ਜਿਹੜੀ ਮਾਡਰਨਿਟੀ ਦੇ ਵਿੱਚ ਸਰਟਨਟੀ ਦੀ ਗੱਲ ਕੀਤੀ ਗਈ ਅਤੇ ਇਹਦੇ ਨਾਲ ਰੈਸ਼ਨਲਿਜ਼ਮ ਵਧਿਆ, ਚੀਜ਼ਾਂ ਨੂੰ ਰੈਸ਼ਨਲਾਈਜ਼ ਕਰਕੇ ਦੇਖਣਾ, ਉਹ ਸਾਰੇ ਦੇ ਵਿੱਚ ਜਦੋਂ ਆਪਾਂ ਬਲੀਵ ਦੀ ਗੱਲ ਕਰਦੇ ਹਾਂ, ਬਲੀਵ ਕਈ ਵਾਰੀ ਰੈਸ਼ਨਲਿਸਟਿਕ ਵੇ ਨਾਲ ਅੰਡਰਸਟੈਂਡ ਨਹੀਂ ਕੀਤਾ ਜਾ ਸਕਦਾ। ਸੋ ਇਹਨਾਂ ਦੋਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਕੰਪੀਟ ਕਰਨ ਵਾਲੀ ਗੱਲ ਆ ਗਈ। ਇਹਦੇ 'ਚ ਬਲੀਵ ਅਕਸਰ ਲੂਜ਼ ਕਰਦਾ ਦਿਸਿਆ, ਰੈਸ਼ਨਲਿਜ਼ਮ ਜਿਹੜਾ ਹੈਗਾ ਹਮੇਸ਼ਾ ਵਿਨ ਕਰਦਾ। ਜਿੱਥੇ ਲੋਕਾਂ ਨੇ ਰੈਸ਼ਨਲਿਸਟਿਕ ਵੇ ਨੂੰ ਅਡਾਪਟ ਕਰਨਾ ਸ਼ੁਰੂ ਕਰਤਾ, ਬਲੀਵ ਵਾਲੇ, ਵਿਸ਼ਵਾਸ ਵਾਲੇ ਸਟਰਕਚਰ ਨੂੰ, ਜਿਹੜੀ ਤੁਸੀਂ ਕਹਿ ਰਹੇ ਹੈਗੇ ਹੋ ਕਿ ਜਿਹੜਾ ਅੰਦਰ ਦੀ ਉਹ ਚੀਜ਼ ਹੈ, ਉਹ ਵਿਸ਼ਵਾਸ ਵਾਲੀ ਚੀਜ਼ ਉਹ ਲਗਾਤਾਰ ਥੱਲੇ ਹੁੰਦੀ ਲੱਗੀ ਗਈ। ਸੋ ਇਸ ਤਰੀਕੇ ਦਾ ਇੱਕ ਕੰਪੀਟੀਸ਼ਨ ਜਿਹੜਾ ਹੈਗਾ ਉਹ ਬਿਲਟ ਹੋ ਗਿਆ। ਜੇ ਇਸ ਸਾਰੇ ਵਿੱਚ ਅੱਜ ਦੇ ਹੁਣ ਜਿਸ ਸਮੇਂ 'ਚੋਂ ਅਸੀਂ ਲੰਘ ਰਹੇ ਹਾਂ, ਇਹਦੇ 'ਚ ਤੁਸੀਂ ਇਸ ਕੰਪੀਟੀਸ਼ਨ 'ਚ ਦੇਖੋ ਕਿ ਇੱਕ ਰੈਸ਼ਨਲਿਸਟਿਕ ਸੋਚ ਅਤੇ ਇੱਕ ਮਤਲਬ ਬਲੀਵ ਵਾਲਾ ਸਟਰਕਚਰ, either they're still competing or they're going hand in hand, or somehow belief is already actually has been, you can say, a big time loser and rational is a established victory. ਇਹ ਹਾਲੇ ਵੀ ਕੰਪੀਟੀਸ਼ਨ ਚੱਲ ਰਿਹਾ ਹੈ। ਐਕਚੁਅਲੀ ਜੋ ਤੁਸੀਂ ਗੱਲ ਕਰ ਰਹੇ ਸੀ, ਮੈਨੂੰ ਮੈਂਟਲ ਹੈਲਥ ਦੀ ਯਾਦ ਆਈ। ਇੱਕ ਨਾ ਬੰਦੇ ਨੂੰ ਵੀ ਰਿਸਰਚ ਦੇ ਥਰੂ ਮੈਂ ਦੱਸ ਰਿਹਾ, ਉਹਨੂੰ ਉਹ 'ਤੇ ਡਾਇਗਨੋਸਿਸ ਕੀਤਾ ਸੀ ਸਕਿਜ਼ੋਫਰੀਨੀਆ ਦਾ। ਹੁਣ ਸਕਿਜ਼ੋਫਰੀਨੀਆ ਹੈਗਾ ਜਿੱਥੇ ਕਿ ਤੁਹਾਡੇ ਅੰਦਰ ਆਵਾਜ਼ਾਂ ਬੈਠੀਆਂ ਨੇ, ਬੰਦੇ ਪਰਸਨੈਲਿਟੀਜ਼ ਬੈਠੀਆਂ ਨੇ ਅਤੇ ਉਹ ਗੱਲਾਂ ਕਰਦੀਆਂ ਨੇ, ਅਤੇ ਕਦੇ ਤੁਸੀਂ ਸੁਣ ਰਹੇ ਹੋ ਉਸ ਬੰਦੇ ਨੂੰ ਅਤੇ ਇੱਕਦਮ ਉਹਦੀ ਆਵਾਜ਼ ਬਦਲ ਜਾਂਦੀ ਹੈ ਅਤੇ ਕੁਛ ਹੋਰ ਗੱਲ ਕਰ ਰਿਹਾ। ਅਤੇ ਉਹ ਇੱਕ ਇੱਦਾਂ ਕਮਰੇ ਦੇ ਵਿੱਚ ਬੰਦ ਹੈ ਅਤੇ ਕਮਰੇ ਦੇ ਵਿੱਚ ਛੋਟੀ ਵਿੰਡੋ ਲੱਗੀ ਹੋਈ ਹੈ ਜਿੱਥੋਂ ਸੂਰਜ ਅਤੇ ਬਾਹਰਲਾ ਚਾਨਣ ਦਿਖਦਾ ਉਹਨੂੰ। ਅਸੈਸਰਸ ਬੈਠੇ ਨੇ ਅਤੇ ਉਹ ਨੋਟਿਸ ਕਰਦੇ ਆ ਕਿ ਥੋੜ੍ਹੀ ਦੇਰ ਬਾਅਦ ਨਾ ਬੰਦਾ ਉੱਠ ਕੇ ਉਹ ਤਾਕੀ ਨੂੰ ਦੇਖਦਾ, ਕੁਛ ਬੋਲਦਾ ਅਤੇ ਫਿਰ ਆ ਜਾਂਦਾ, ਫਿਰ ਉਹ ਤਾਕੀ ਨੂੰ ਦੇਖਦਾ, ਬੋਲਦਾ, ਫਿਰ ਆ ਜਾਂਦਾ, ਫਿਰ ਉਹ ਤਾਕੀ ਦੇ ਮੂਹਰੇ ਜਾ ਕੇ ਖੜ੍ਹ ਜਾਂਦਾ ਅਤੇ ਉੱਥੇ ਕੁਛ ਨਾ ਕੁਛ ਬੋਲੀ ਜਾਂਦਾ। ਸੋ ਅਕੋਰਡਿੰਗ ਟੂ ਉਹਨਾਂ ਦੇ ਇਹ ਸੀਗਾ ਸਾਈਨ ਕਿ ਸਕਿਜ਼ੋਫਰੀਨੀਆ ਦਾ ਹੈਗਾ, ਕਿਉਂਕਿ ਆਖਰ ਉਹ ਗੱਲਾਂ ਕਰੀ ਜਾ ਰਿਹਾ, ਉੱਥੇ ਹੈ ਕੋਈ ਨਹੀਂ। ਅਤੇ ਉਹ ਕੁਦਰਤੀ ਉਸੇ ਧਰਮ ਦਾ ਕੋਈ ਹੋਰ ਬੰਦਾ ਮਿਲ ਜਾਂਦਾ ਅਤੇ ਉਹਨੂੰ ਦੱਸਦੇ ਨੇ ਵੀ ਆਹ ਚੀਜ਼ ਹੋਈ ਹੈ। ਉਹ ਕਹਿੰਦਾ ਅੱਛਾ। ਉਹ ਵੀ ਅਗਲੇ ਦਿਨ ਆ ਕੇ ਦੇਖਦਾ ਅਤੇ ਫਿਰ ਉਹਨੂੰ ਯਾਦ ਆਉਂਦਾ ਕਿ ਇਹ ਤਾਂ ਐਕਚੁਅਲੀ ਉਹ ਸੂਰਜ ਛਿਪ ਰਿਹਾ, ਇਹ ਤਾਂ ਇੱਥੇ ਆਪਣੀ ਪ੍ਰੇਅਰ ਕਰ ਰਿਹਾ, ਮੈਡੀਟੇਸ਼ਨ ਕਰ ਰਿਹਾ। ਜਿਹੜਾ ਰਾਹ ਹੁਣ ਆਇਆ ਨਾ, ਉਹ ਆਹ ਚੀਜ਼ ਹੈਗੀ ਹੈ ਕਿ ਸਾਨੂੰ ਦਿਖ ਰਿਹਾ ਕਿ ਜੋ ਅਸੀਂ ਦੇਖ ਰਹੇ ਸੀ ਨਾ, ਉਹ ਇੱਦਾਂ ਨਹੀਂ ਹੈਗਾ ਜੋ ਅਸੀਂ ਦੇਖ ਰਹੇ ਸੀਗੇ, ਕਿਉਂਕਿ ਐਕਚੁਅਲੀ ਸਾਨੂੰ ਪਤਾ ਨਹੀਂ ਕਿ ਅਸੀਂ ਦੇਖ ਕੀ ਰਹੇ ਹਾਂ। ਕਿਉਂਕਿ ਜੇ ਅਸੀਂ ਫਿਕਸਡ ਆਈ ਨਾਲ ਦੇਖ ਰਹੇ ਹਾਂ ਤਾਂ ਉੱਥੇ ਆਬਜੈਕਟ ਹੈ, ਉਹ ਬੰਦਾ ਡੈਫੀਨਿਟਲੀ ਗੱਲਾਂ ਕਰ ਰਿਹਾ, ਸਾਨੂੰ ਇਹੀ ਦਿਖ ਰਿਹਾ। ਪਰ ਗੱਲ ਹੈ ਕਿ ਅਸੀਂ ਬੰਦੇ ਨੂੰ ਪੁੱਛ ਨਹੀਂ ਰਹੇ ਕਿ ਤੂੰ ਕਰ ਕੀ ਰਿਹਾ। ਜੇ ਉਹਨੂੰ ਪੁੱਛਦੇ ਤਾਂ ਉਹ ਕਹਿੰਦਾ ਕਿ ਮੈਂ ਤਾਂ ਇਸ ਵੇਲੇ ਪ੍ਰੇਅਰ ਕਰ ਰਿਹਾ। ਅਤੇ ਆਹ ਜਿਹੜਾ ਮੋਨਿਟਰੀ ਦਾ ਹੈਗਾ ਅਤੇ ਜਿਹੜਾ ਕੰਪੀਟੀਸ਼ਨ ਹੈਗਾ ਵਿਦ ਬਲੀਫ ਐਂਡ ਸਾਇੰਸ ਹੈਗਾ ਕਿ ਸਾਇੰਸ ਐਕਚੁਅਲੀ ਉੱਥੋਂ ਆ ਗਈ ਹੈ ਕਿ ਹਾਂ ਜੋ ਤੁਹਾਡੇ ਵੀ ਜੇ ਮੈਂ ਕੁਛ ਕਰ ਰਿਹਾ, ਜੇ ਐਕਸਪੈਰੀਮੈਂਟ ਵੀ ਕਰ ਰਿਹਾ ਨਾ, ਤਾਂ ਐਕਚੁਅਲੀ ਉਸ ਐਕਸਪੈਰੀਮੈਂਟ ਵਿੱਚ ਮੇਰਾ ਹਿੱਸਾ ਆ ਗਿਆ। ਉੱਥੇ ਓਬਜੈਕਟਿਵ ਰਿਐਲਿਟੀ ਨਹੀਂ ਹੈਗੀ। ਅਤੇ ਓਬਜੈਕਟਿਵ ਰਿਐਲਿਟੀ ਹੈਗੀ ਹੈ ਕਿ ਮੈਨੂੰ ਆਪਣੇ ਆਪ ਨੂੰ ਇਨਕਲੂਡ ਕਰਨਾ ਪੈਂਦਾ ਉਹਦੇ ਵਿੱਚ।
ਸੋ ਜੇ ਅਸੀਂ ਕੁਝ ਆਬਜ਼ਰਵ ਕਰਦੇ ਹਾਂ ਤਾਂ ਅਸੀਂ ਆਬਜ਼ਰਵੇਸ਼ਨ ਦੇ ਵਿੱਚ ਵੀ ਅਸੀਂ ਆਪਣੇ ਆਪ ਨੂੰ ਇਨਕਲੂਡ ਕਰਨਾ, ਕਿਉਂਕਿ ਜੇ ਅਸੀਂ ਨਹੀਂ ਇਨਕਲੂਡ ਕਰਦੇ ਤਾਂ ਉੱਥੇ ਉਹ ਹੈ ਨਹੀਂ। ਸੋ ਆਹ ਜਿਹੜਾ ਇੰਟਰੈਕਸ਼ਨ ਹੈਗਾ ਇਹ ਕੁਝ ਹੋਰ ਹੋ ਗਿਆ। ਇੱਥੋਂ ਜਿਹੜਾ ਬਲੀਫ ਦਾ ਸਿਸਟਮ ਹੈਗਾ ਕਿ ਮੇਰਾ ਬਲੀਫ ਹੈਗਾ ਕਿ ਮੈਂ ਇੱਦਾਂ ਦੇਖਣਾ ਚਾਹੁੰਦਾ ਜਾਂ ਮੈਂ ਇੱਦਾਂ ਕਰਨਾ ਚਾਹੁੰਦਾ, ਸਾਨੂੰ ਇਨਫਲੂਐਂਸ ਕਰਦਾ ਹੈਗਾ। ਸਾਨੂੰ ਇਹ ਸਮਝ ਆ ਗਈ ਹੈ ਕਿ ਸਾਡੇ ਬਲੀਫ ਇਨਫਲੂਐਂਸ ਕਰਦੇ ਨੇ, ਸੋ ਅਸੀਂ ਉਸ ਨਜ਼ਰ ਨਾਲ ਦੇਖਦੇ ਹਾਂ। ਪਰ ਹਾਲੇ ਅਸੀਂ ਉੱਥੇ ਕੁਆਇਟ ਪਹੁੰਚੇ ਨਹੀਂ ਜਿੱਥੇ ਅਸੀਂ ਕਹੀਏ ਕਿ ਉਹ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਮੰਨਦੇ ਹਾਂ ਕਿ ਅਸੀਂ ਸਾਰੀਆਂ ਚੀਜ਼ਾਂ ਐਕਸਪਲੇਨ ਨਹੀਂ ਕਰ ਸਕਦੇ, ਕਿਉਂਕਿ ਕਈ ਚੀਜ਼ਾਂ ਹੈਗੀਆਂ ਜਿੱਥੇ ਕਿ ਵੀ ਤੁਹਾਨੂੰ ਵੰਡਰ ਹੁੰਦਾ, ਔ ਹੁੰਦਾ ਕਿ ਹੈ ਇਹ ਸੱਚਮੁੱਚ, ਪਰ ਉਸ ਨੂੰ ਕਿਵੇਂ ਐਕਸਪਲੇਨ ਕਰੀਏ ਇਹ ਹਲੇ ਸਾਇੰਸ ਉੱਥੇ ਪਹੁੰਚੀ ਨਹੀਂ ਹੈਗੀ। ਜੋ ਤੁਸੀਂ ਬਾਤ ਕੀਤੀ ਹੈਗੀ ਕਿ ਪੋਸਟ ਮਾਡਰਨ ਟਾਈਮ ਦੇ ਅੰਦਰ ਜਾਂ ਪੀਰੀਅਡ ਦੇ ਅੰਦਰ ਇੱਕ ਚੀਜ਼ ਤੇ ਸਮਝ ਆ ਰਹੀ ਹੈ ਕਿ ਜਿਹੜਾ ਜੋ ਕੁਝ ਤੁਸੀਂ ਦੇਖ ਰਹੇ ਹੈਗੇ ਹੋ ਇਹ ਇਤਨਾ ਬਲੈਕ ਐਂਡ ਵਾਈਟ ਨਹੀਂ ਹੈਗਾ। ਜਿਵੇਂ ਆਪਾਂ ਗੱਲ ਕੀਤੀ ਸਕਿਜ਼ੋਫਰੈਨਿਕ ਉਸ ਕੇਸ ਦੇ ਬਾਬਤ ਕਿ ਜਸਟ ਇੱਕ ਤੁਹਾਡੀ ਸਟੱਡੀ ਪਹਿਲੀ ਆ, ਤੁਹਾਡਾ ਜਿਹੜਾ ਪਹਿਲਾ ਓਪੀਨੀਅਨ ਬਣਿਆ ਹੈਗਾ ਕਿ ਸਕਿਜ਼ੋਫਰੈਨੀਆ ਦਾ ਕੇਸ ਹੈਗਾ, ਦੈਟ ਪਰਸਨ ਇਜ਼ ਐਕਚੁਅਲੀ ਜਸਟ ਵਿਟਨੈਸਿੰਗ ਸਮ ਸੋਰਟ ਆਫ ਵੋਇਸਿਸ ਔਰ ਸਮ ਸੋਰਟ ਆਫ ਪਿਕਚਰਸ ਐਂਡ ਡਿਊ ਟੂ ਦੈਟ ਰੀਜ਼ਨ ਹੀ ਇਜ਼ ਡੂਇੰਗ ਦਿਸ ਐਕਟੀਵਿਟੀ ਬੈਕ ਐਂਡ ਫੋਰਥ ਉਸ ਰੂਪ ਦੇ ਵਿੱਚ। ਪਰ ਜਦੋਂ ਅਸੀਂ ਬਲੀਵ ਸਟਰਕਚਰ ਦੇ ਨਾਲ ਉਸ ਨੂੰ ਦੇਖਿਆ ਤਾਂ ਪਤਾ ਲੱਗਾ ਇਹ ਜ਼ਰੂਰੀ ਨਹੀਂ ਹੈਗਾ ਕਿ ਇਸ ਨੂੰ ਕੋਈ ਚੀਜ਼ ਦਿਸ ਰਹੀ ਹੈ ਜਾਂ ਉਸ ਰੂਪ ਦੇ ਵਿੱਚ। ਐਕਚੁਅਲ ਲੈਵਲ ਤੇ ਇਹ ਇੱਕ ਡਿਵੋਸ਼ਨਲ ਵੇ ਦੇ ਨਾਲ ਇੱਕ ਡਿਵੋਟੀ ਹੋ ਕੇ ਉਸ ਚੀਜ਼ ਨੂੰ ਇੱਥੇ ਮੰਨ ਕੇ ਬੈਠਾ ਆ। ਚੀਜ਼ ਦਾ ਉੱਥੇ ਹੋਣਾ, ਇਹਦੇ ਬ੍ਰੇਨ ਦੇ ਕਿਸੇ ਖਾਨੇ ਦੇ ਵਿੱਚ ਉਸ ਸਕਿਜ਼ੋਫਰੈਨਿਕ ਵੇ ਨਾਲ ਕੋਈ ਪ੍ਰੋਬਲਮ ਹੋਣੀ ਉਹ ਜ਼ਰੂਰੀ ਨਹੀਂ ਹੈਗੀ। ਇਹਨੇ ਇੱਕ ਬਲੀਵ ਦੇ ਸਟਰਕਚਰ ਦੇ ਵਿੱਚ ਲਿਆਂਦੀ ਚੀਜ਼ ਤੇ ਉਹਦੇ ਅਕੋਰਡਿੰਗਲੀ ਇਹ ਦੇਖ ਰਿਹਾ ਤੇ ਦੇਖਦਾ ਹੋਇਆ ਇਸ ਦੀ ਪ੍ਰੇਅਰ ਕਰ ਰਿਹਾ। ਹੁਣ ਪੋਸਟ ਮਾਡਰਨਿਜ਼ਮ ਦੇ ਵਿੱਚ ਇਹਦੇ ਲਈ ਥਾਂ ਬਣ ਗਈ ਹੈ। there is space that we can actually put this reality to, ਇਹਨੂੰ ਵੀ ਅਸੀਂ ਇਹਦੇ ਵਿੱਚ ਪਾ ਕੇ ਇਹਦੇ ਅਕੋਰਡਿੰਗਲੀ ਦੇਖ ਲਈਏ। ਜੇ ਆਪਾਂ ਇਸੇ ਪਰਿਪੇਖ ਦੇ ਵਿੱਚ ਬਾਣੀ ਦੇ ਕਨਸੈਪਟ 'ਚ ਗੱਲ ਕਰੀਏ ਤੇ ਬਾਣੀ ਸਾਨੂੰ ਬਹੁਤ ਪਹਿਲੇ ਤੋਂ ਇਹ ਬਾਤ ਕਰ ਰਹੀ ਹੈ ਕਿ ਤੁਸੀਂ ਜਸਟ ਆਪਣੇ ਬਣਾਏ ਹੋਏ ਜਿਹੜਾ ਹੈਗਾ ਪ੍ਰੀਜੁਡਿਸ ਦੇ ਵਿੱਚ ਜਾ ਕੇ ਕਿਸੇ ਨੂੰ ਜੱਜ ਨਾ ਕਰਿਆ ਜੇ। ਮਤੇ ਤੁਸੀਂ ਕਿਸੇ ਨੂੰ ਕਹਿ ਦਿਓ ਕਿ ਇਹ ਤੇ ਕਾਫਰ ਹੈ, ਇਹ ਤੇ ਮਲੇਸ਼ ਹੈ, ਇਨ ਵੇ ਜਦੋਂ ਅਸੀਂ ਮਾਡਰਨਿਜ਼ਮ ਦੀ ਬਹੁਤ ਜ਼ਿਆਦਾ ਗੱਲ ਕਰਦੇ ਹਾਂ ਤੇ ਉਹਨੇ ਇਹੀ ਕਿਹਾ ਨਾ ਰੈਸ਼ਨਲ ਵੇ ਦੇ ਨਾਲ ਕਿ ਰੈਸ਼ਨਲਿਸਟਿਕ ਚੀਜ਼ ਨਾਲ ਆਹ ਚੀਜ਼ ਮੇਰੇ ਰੈਸ਼ਨਲ 'ਚ ਫਿੱਟ ਆ ਰਹੀ ਹੈ, ਦੈਟ ਇਜ਼ ਐਕਸੈਪਟੇਬਲ ਕਿਉਂਕਿ ਸਰਟਨ ਆ। ਜੇ ਮੇਰੇ ਰੈਸ਼ਨਲ 'ਚ ਫਿੱਟ ਨਹੀਂ ਬੈਠ ਰਹੀ ਤੇ ਦੈਟ ਮੀਨ ਇਟਸ ਅਨਐਕਸੈਪਟੇਬਲ। ਇਹ ਹੋ ਨਹੀਂ ਸਕਦੀ ਉਸ ਰੂਪ ਦੇ ਵਿੱਚ। ਇਨ ਬਿਨ ਪੁਰਾਣੇ ਸਮੇਂ ਧਰਮਾਂ ਦੇ ਵਿੱਚ ਲਾਈਨਾਂ ਪੱਕੀਆਂ ਵੱਜੀਆਂ ਸੀਗੀਆਂ ਕਿ ਜੇ ਕੋਈ ਅੱਲਾ ਦੀ ਗੱਲ ਕਰਦਾ ਦੈਟ ਮੀਨ ਐਕਸੈਪਟੇਬਲ ਹੈ, ਜੇ ਕੋਈ ਰਾਮ ਦੀ ਗੱਲ ਕਰਦਾ ਤੇ ਅਨਐਕਸੈਪਟੇਬਲ ਹੈ। ਬਾਬਾ ਜੀ ਨੇ ਕਿਹਾ ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵਾ ਗੁਸਈਆਂ, ਕੋਈ ਅੱਲਾ ਹੈ। ਕਿਸੇ ਬਲੀਵ ਸਟਰਕਚਰ 'ਚੋਂ ਚੀਜ਼ਾਂ ਨਿਕਲ ਰਹੀਆਂ ਨੇ, ਕਿਸੇ ਕਲਚਰਲ ਐਕਸਰਸਾਈਜ਼ 'ਚੋਂ ਚੀਜ਼ਾਂ ਨਿਕਲ ਰਹੀਆਂ ਨੇ। ਉਹਨਾਂ ਨੂੰ ਤੁਸੀਂ ਇੱਕਦਮ ਇਸ ਤਰੀਕੇ ਨਾਲ ਪਨਿਸ਼ ਕਰੋ ਕਿ ਨਹੀਂ ਕਿਉਂਕਿ ਤੂੰ ਇੱਥੇ ਰਹਿ ਰਿਹਾ ਹੈਗਾ, ਤੂੰ ਮੇਰੇ ਮੁਤਾਬਕ ਹੀ ਸੋਚਣਾ, ਤੂੰ ਇੱਥੇ ਰਹਿ ਰਿਹਾ। ਜੇ ਤੂੰ ਉਹ ਪਹਿਲੀ ਸੋਚ ਨੂੰ, ਪਹਿਲੇ ਤਰ੍ਹਾਂ ਦੀ ਜੀਵਨ ਜਾਂਚ ਨੂੰ ਐਕਸਰਸਾਈਜ਼ ਕਰੇਗਾ ਦੈਟ ਮੀਨ ਤੂੰ ਲੈਕ ਕਰਦਾ ਕੁਛ। ਤੈਨੂੰ ਉਸ ਲੈਵਲ ਤੇ ਅਸੀਂ ਮਾਨਤਾ ਨਹੀਂ ਦੇ ਸਕਦੇ ਜਿਸ ਲੈਵਲ ਤੇ ਅਸੀਂ ਆਪਣੇ ਆਪ ਨੂੰ ਜਾਂ ਆਪਣੇ ਵਰਗੇ ਦੂਜਿਆਂ ਨੂੰ ਮਾਨਤਾ ਦਿੱਤੀ ਹੈਗੀ। ਸੋ ਐਮ ਆਈ ਅੰਡਰਸਟੈਂਡਿੰਗ ਰਾਈਟ? ਬਿਲਕੁਲ ਇਹ ਇਸ ਤਰੀਕੇ ਦੇ ਨਾਲ। ਸੋ ਇਸ ਸਾਰੇ ਦੇ ਵਿੱਚ ਜਿਹੜਾ ਪੋਸਟ ਮਾਡਰਨ ਐਰਾ ਦਾ ਇਹ ਜਿਹੜਾ ਦੌਰ ਆ ਇਹ ਬਲੀਵ ਨੂੰ ਕਿਵੇਂ ਮਤਲਬ ਰੈਸ਼ਨਲਾਈਜ਼ ਕਰਦਾ ਮੈਂ ਇਹ ਪੁੱਛਣ ਤੇ। ਕਿਉਂਕਿ ਤੁਸੀਂ ਜਿਹੜੀ ਗੱਲ ਕਰ ਸੀ ਕਿ ਜਜਮੈਂਟਲ ਜਿਹੜੀ ਹੈ ਨਾ ਕਿ ਹਿਊਮਨ ਨੇਚਰ ਇਸ ਕਿ ਅਸੀਂ ਜੱਜ ਕਰਦੇ ਹਾਂ ਜੀ, ਤੇ ਅਸੀਂ ਜਜਮੈਂਟ ਨੂੰ ਅਵੋਇਡ ਨਹੀਂ ਕਰ ਸਕਦੇ ਜੀ। ਪਰ ਉਹ ਜਿਹੜੀ ਚੀਜ਼ ਹੈਗੀ ਹੈ ਕਿ ਜਜਮੈਂਟ ਜਦੋਂ ਅਸੀਂ ਕਰਨੀ ਹੈ ਉਹਦੇ ਨਾਲ ਸਾਨੂੰ ਕੁਝ ਪ੍ਰੈਮਿਸਿਸ ਲੈ ਕੇ ਆਉਣੇ ਪੈਂਦੇ ਨੇ। ਉਹ ਹੈਗਾ ਕਿ ਇੱਕ ਤਾਂ ਇੱਥੇ ਆਮ ਤੌਰ 'ਤੇ ਕਹਿੰਦੇ ਕਿ ਵੈਲੀ ਫਰੂ ਜਜਮੈਂਟ, ਵੀ ਉਹਦੇ 'ਚ ਮੈਂ ਆਪਣਾ ਨਹੀਂ ਕੁਛ ਵੀ ਤੇਰੇ ਉੱਤੇ ਭਾਰ ਪਾਊਂਗਾ, ਪਰ ਆਈਮ ਇੰਟਰਸਟਡ ਇਨ ਕਿ ਐਕਚੁਅਲੀ ਇਹ ਗੱਲ ਕਿਵੇਂ ਹੋ ਰਹੀ ਹੈ। ਜਿਹੜਾ ਬਲੀਫ ਦਾ ਸਿਸਟਮ ਹੈਗਾ ਉਹ ਆਹ ਚੀਜ਼ ਹੈ, ਕਿਉਂਕਿ ਜਦੋਂ ਅਸੀਂ ਕੁਛ ਕਰਦੇ ਹਾਂ ਉਹਦੇ ਥੱਲੇ ਕੋਈ ਨਾ ਕੋਈ ਬਲੀਫ ਹੈਗਾ, ਫਾਊਂਡੇਸ਼ਨ ਕਿਤੇ ਨਾ ਕਿਤੇ ਹੈਗੀ ਹੈ। ਹੋ ਸਕਦਾ ਉਹ ਫਾਊਂਡੇਸ਼ਨ ਵੀ ਇੱਕ ਤਰ੍ਹਾਂ ਦੀ ਮਿਸਅੰਡਰਸਟੈਂਡਿੰਗ ਹੋਵੇ, ਪਰ ਫਾਊਂਡੇਸ਼ਨ ਹੈਗੀ ਹੈ ਕਿਤੇ। ਕੋਈ ਕਹਿੰਦਾ ਕਿ ਦੇਖੋ ਜਿਵੇਂ ਆਪਾਂ ਸੁਪਰਸਟੀਸ਼ਨ 'ਤੇ ਆ ਜਾਈਦਾ ਕਿ ਫਾਊਂਡੇਸ਼ਨ ਹੈਗੀ ਹੈ ਬਲੀਫ ਦੀ, ਪਰ ਗੱਲ ਹੈ ਕਿ ਦੇ ਆਰ ਬੇਸਡ ਇਨ ਦ ਰੋਂਗ ਪਲੇਸ ਸਾਡੇ ਮੁਤਾਬਕ। ਪਰ ਉਹ ਫਿਰ ਵੀ ਸਾਨੂੰ ਅਕਨੌਲਜ ਕਰਨਾ ਪੈਂਦਾ ਕਿ ਰੀਅਲ ਹੈਗਾ, ਜੋ ਕਰ ਰਹੇ ਨੇ ਉਹ ਰੀਅਲ ਹੈਗਾ। ਸੋ ਇੱਥੋਂ ਹੁੰਦਾ ਕਿ ਜੇ ਰੀਅਲ ਹੈਗਾ ਇਹਦਾ ਪਰਪਸ ਕੀ ਆ। ਸੋ ਅਸਲੀ ਬਲੀਫ ਦਾ ਜਿਹੜਾ ਹੈਗਾ ਵੀ ਆ ਜਾਂਦਾ ਕਿ ਬਲੀਫ ਦਾ ਪਰਪਸ ਕੀ ਹੈ, ਕੀ ਸਰਵ ਕਰਦਾ, ਹਾਊ ਇਟ ਮੇਕਸ ਅ ਪਰਸਨ ਬਿਕਮ ਕੰਪਲੀਟ ਹੋਲ। ਕਿਉਂਕਿ ਹੁਣ ਆਪਾਂ ਕਈ ਵਾਰ ਦੇਖਦੇ ਹਾਂ ਕਿ ਲੋਕ ਤਾਂ
ਲਾਉਂਦੇ ਨੇ ਬੱਤੀ ਲਾਉਂਦੇ ਨੇ ਤਾਂ ਕਿ ਸਾਰੀ ਜਗ੍ਹਾ ਸਮੈਲ ਆਵੇ, ਉਹ ਕਹਿੰਦੇ ਕਿ ਅਸੀਂ ਇੱਥੋਂ ਕਲੀਨ ਕਰ ਰਹੇ ਹਾਂ। ਗੱਲ ਹੈ ਕਿ ਜਿਹੜਾ ਬੰਦਾ ਨਹੀਂ ਉਸ ਗੱਲ 'ਚ ਵਿਸ਼ਵਾਸ ਕਰਦਾ ਉਹ ਕਹਿੰਦਾ ਵੀ ਕੀ ਤੁਸੀਂ ਕਮਰੇ 'ਚ ਧੂੜ ਦੀ ਇਕੱਠੀ ਕਰ ਦਿੱਤੀ ਹੈ, ਹੁਣ ਮੈਂ ਧੂੰਆਂ ਹੀ ਧੂੰਆਂ ਲੱਗਦਾ। ਦੂਜਾ ਬੰਦਾ ਕਹਿੰਦਾ ਦੇਖਿਆ ਨੋਟਿਸ ਕੀਤਾ ਕਿ ਆਪਾਂ ਗੱਲਾਂ ਕਿੰਨੀਆਂ ਸੋਹਣੀਆਂ ਕਰਨ ਲੱਗ ਪਏ ਹਾਂ। ਜਿਹੜਾ ਬਲੀਫ ਹੈਗਾ ਇਹਦਾ ਪਰਪਸ ਹੁੰਦਾ ਕੁਛ ਜਿੱਥੇ ਇਹਨੇ ਤੁਹਾਨੂੰ ਲੈ ਕੇ ਜਾਣਾ। ਜੇ ਤੁਹਾਨੂੰ ਉੱਥੇ ਲੈ ਕੇ ਜਾ ਰਿਹਾ ਦੈਨ ਦੈਟ ਬਲੀਫ ਬਿਕਮਸ ਰੀਇਨਫੋਰਸਡ ਅਤੇ ਤੁਸੀਂ ਉਹਨੂੰ ਲੱਭਣ ਲੱਗ ਪੈਂਦੇ ਹੋ ਹਰ ਜਗ੍ਹਾ 'ਤੇ। ਜਿੱਥੇ ਉਹ ਬਲੀਫ ਤੁਹਾਨੂੰ ਨਹੀਂ ਕੰਮ ਕਰ ਰਿਹਾ ਉੱਥੇ ਹੈਗਾ ਕਿ ਈਦਰ ਯੂ ਡਬਲ ਡਾਊਨ ਕਿ ਤੁਸੀਂ ਇੰਸਿਸਟ ਕਰਦੇ ਹੋ ਕਿ ਇੱਥੇ ਇਹਨਾਂ ਨੇ ਪੂਰਾ ਨਹੀਂ ਕੀਤਾ। ਜਿਵੇਂ ਆਪਾਂ ਕਈ ਵਾਰੀ ਪੜ੍ਹਦੇ ਹਾਂ ਗੁਰੂ ਸਾਹਿਬਾਨ ਦੇ ਜੀਵਨਾਂ ਦੇ ਵਿੱਚ ਉਹ ਕਹਿੰਦੇ ਵੀ ਤੂੰ ਪੂਰਾ ਨਹੀਂ ਸੀਗਾ ਤਾਂ ਇਹ ਗੱਲ ਹੋ ਗਈ, ਜਾਂ ਤੇਰੇ ਪਿਛਲੇ ਕਰਮਾਂ। ਸੋ ਉੱਥੋਂ ਹੈਗਾ ਕਿ ਜਿਹੜਾ ਬਲੀਫ ਸਿਸਟਮ ਹੈਗਾ ਇਹ ਕੁਛ ਸਾਨੂੰ ਦਿੰਦਾ ਜਿਹੜਾ ਸੈਟਿਸਫਾਈ ਕਰਦਾ, ਜਿਹੜਾ ਕਿ ਮਟੀਰੀਅਲ ਵੈਲਥ ਜਿੰਨੀ ਮਰਜ਼ੀ ਆ ਜਾਵੇ। ਆਪਾਂ ਪੜ੍ਹਦੇ ਵੀ ਹਾਂ, ਰਿਸਰਚ ਵੀ ਹੈਗੀ ਹੈ ਕਿ ਮਟੀਰੀਅਲ ਵੈਲਥ ਡਜ਼ਨਟ ਬ੍ਰਿੰਗ ਹੈਪੀਨੈਸ, ਇਟ ਬ੍ਰਿੰਗਸ ਲੋਟਸ ਆਫ ਅਦਰ ਥਿੰਗਸ। ਪਰ ਜਿਹੜੀ ਚੀਜ਼ ਇਹ ਨਹੀਂ ਦਿੰਦਾ ਉਹ ਹੈਗਾ ਕੰਟੈਂਟਮੈਂਟ ਨਹੀਂ ਦਿੰਦਾ, ਕਿਉਂਕਿ ਤੁਹਾਨੂੰ ਹਿਸਾਬ ਨਹੀਂ ਹੈਗਾ ਕਿ ਤੁਸੀਂ ਕਰਨਾ ਕੀ ਹੈ, ਪਰ ਤੁਹਾਨੂੰ ਇਹ ਡਰ ਰਹਿੰਦਾ ਵੀ ਮੇਰੇ ਤੋਂ ਖੋਹ ਲਿਆ ਜਾਣਾ। ਜਿਹੜਾ ਬਲੀਫ ਸਿਸਟਮ ਹੈਗਾ ਇਹ ਤੁਹਾਨੂੰ ਕੰਟੈਂਟਮੈਂਟ ਲੈ ਕੇ ਆਉਂਦਾ, ਅਤੇ ਉਹ ਕੰਟੈਂਟਮੈਂਟ ਜਿਹੜੀ ਹੈਗੀ ਹੈ ਉਹਦੇ ਲਈ ਅਸੀਂ ਬੜਾ ਲੱਭਦੇ ਹਾਂ, ਪਰ ਸਾਨੂੰ ਅਸੀਂ ਲੱਭਣ ਲੱਗ ਪੈਂਦੇ ਹਾਂ ਮਟੀਰੀਅਲ ਦੇ ਵਿੱਚ, ਜਾਂ ਫਿਰ ਹੈਗਾ ਕਿ ਅਸੀਂ ਰਿਚੁਅਲਸ ਦੇ ਵਿੱਚ ਪੈ ਜਾਈਦਾ, ਕਿਉਂਕਿ ਉਹਨਾਂ ਦੇ ਵਿੱਚੋਂ ਜੇ ਅਸੀਂ ਉਹ ਕਰਦੇ ਹਾਂ ਤਾਂ ਸਾਨੂੰ ਮਹਿਸੂਸ ਹੁੰਦਾ ਕਿ ਸਾਨੂੰ ਕੁਛ ਮਿਲ ਰਿਹਾ। ਸੋ ਕਈ ਚੀਜ਼ਾਂ ਜਿਹੜੀਆਂ ਕਿ ਅਸੀਂ ਐਕਸਪਲੇਨ ਨਹੀਂ ਕਰ ਸਕਦੇ। ਬਲੀਫ ਸਿਸਟਮ ਇਜ਼ ਵਨ ਆਫ ਦਮ। ਕਿ ਸਾਨੂੰ ਜਿਵੇਂ ਤੁਸੀਂ ਕਹਿੰਦੇ ਹੋ ਕਿ ਕਈ ਵਾਰ ਤੁਹਾਨੂੰ ਲੋਕ ਕਹਿੰਦੇ ਨੇ ਕਿ ਵੀ ਭਾਈ ਸਾਹਿਬ ਤੁਸੀਂ ਨਾ ਬੜਾ ਸਾਇੰਟੀਫਿਕ ਵੇ ਐਕਸਪਲੇਨ ਕੀਤਾ। ਗੱਲ ਹੈ ਕਿ ਉਹਨਾਂ ਦੀ ਸੋਚ ਉੱਥੇ ਹੈਗੀ ਹੈ, ਸੋ ਉਹਨਾਂ ਨੂੰ ਲੱਗਦਾ ਕਿ ਤੁਸੀਂ ਸਾਇੰਟੀਫਿਕ ਵੇ ਐਕਸਪਲੇਨ ਕਰ ਰਹੇ ਹੋ, ਜਦ ਕਿ ਤੁਸੀਂ ਗੁਰਬਾਣੀ ਐਜ਼ ਆਈ ਅੰਡਰਸਟੈਂਡ ਤੁਸੀਂ ਗੁਰਬਾਣੀ ਨੂੰ ਗੁਰਬਾਣੀ ਦੇ ਰੂਪ ਵਿੱਚ ਦਰਸਾ ਰਹੇ ਹੋ। ਪਰ ਕਿਉਂਕਿ ਉਹਨਾਂ ਨੇ ਉਹ ਗੁਰਬਾਣੀ ਦੇ ਵੀ ਉਹ ਆਪ ਮਾਡਰਨ ਬਣਨਾ ਚਾਹੁੰਦੇ ਨੇ ਅਤੇ ਆਪਣੇ ਆਪ ਸਮਝਦੇ ਕਿ ਅਸੀਂ ਮਾਡਰਨ ਹੈਗੇ ਹਾਂ, ਦੇਖੋ ਸਾਨੂੰ ਸਾਇੰਸ ਦਾ ਪਤਾ ਹੈਗਾ, ਸੋ ਉਹ ਹੋਰ ਢੰਗ ਨਾਲ ਦੇਖ ਰਹੇ ਨੇ। ਜਦ ਕਿ ਢੰਗ ਤਾਂ ਗੁਰਬਾਣੀ ਦਾ ਉਹੀ ਸੀਗਾ ਕਿ ਦੇਖੋ ਆਹ ਬੇਸਿਕ ਸਿਸਟਮ ਹੈਗਾ, ਇਹਦੇ ਵਿੱਚ ਦੇਖੋ ਆਹ ਛਾਲ ਮਾਰ ਕੇ ਅਤੇ ਇੱਥੋਂ ਕੀ ਖਜ਼ਾਨੇ ਮਿਲਦੇ ਨੇ। ਖਜ਼ਾਨੇ ਮਿਲਦੇ ਆ ਕਿ ਜ਼ਿੰਦਗੀ ਨੂੰ ਕਿਵੇਂ ਬਦਲਣਾ, ਜ਼ਿੰਦਗੀ ਕਿਵੇਂ ਰਹਿਣੀ ਹੈ। ਉਹ ਜਿਹੜੀ ਮੋਰਲ ਕੰਪਸ ਆ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀਗੀ ਕਿ ਕੋਈ ਬੋਲੇ ਰਾਮ ਰਾਮ ਕੋਈ ਆਰਾ, ਗੱਲ ਹੈ ਕਿ ਉਹ ਗੁਰੂ ਸਾਹਿਬ ਕਹਿੰਦੇ ਵੀ ਦੇਖੋ ਆਖਰ ਇਹ ਸਾਰੇ ਹੈਗੇ ਨੇ ਉੱਥੇ, ਇਹ ਸੱਚ ਹੈ ਉੱਥੇ ਹੈਗੇ ਨੇ, ਪਰ ਗੱਲ ਹੈ ਕਿ ਆਪਾਂ ਇੱਥੋਂ ਪਾਉਣਾ ਕੀ ਹੈ ਜਿਸ ਨਾਲ ਸਾਡੀ ਜ਼ਿੰਦਗੀ ਬਦਲ ਸਕੇ। ਤੁਸੀਂ ਕੁਛ ਚੀਜ਼ਾਂ ਜਿਵੇਂ ਬਾਤ ਕੀਤੀ, ਤੁਸੀਂ ਕੀਤਾ ਕਿ ਬਲੀਵ ਦੇ ਪਿੱਛੇ ਵੀ ਪਰਪਸ ਆ। ਹਾਂਜੀ, ਜੋ ਪਰਪਸ ਕਲੀਅਰ ਨਹੀਂ ਹੈਗਾ, ਤੁਸੀਂ ਕਿਹਾ ਕਿ ਉਸਨੇ ਪੂਰਾ ਨਹੀਂ ਪਾਇਆ, ਇਹਦੇ ਲਫ਼ਜ਼ ਅਸੀਂ ਯੂਜ਼ ਕਰਦੇ ਹਾਂ ਪਖੰਡ। ਪਾਖੰਡ ਜਿਹਨੂੰ ਹਿਪੋਕ੍ਰੇਸੀ ਕਹਿੰਦੇ ਨੇ, ਐਕਚੁਅਲੀ ਪਾਖੰਡ ਦਾ ਮਤਲਬ ਹੁੰਦਾ ਕਿ ਉਹਦਾ ਇੱਕ ਹਿੱਸਾ ਪਾ ਲਿਆ ਖੰਡਿਤ ਕਰਕੇ। ਵੀ ਸਪੋਜ਼ ਕਰੋ ਇੱਕ ਹਿੱਸਾ ਹੋ ਗਿਆ ਕਿ ਜਿਹੜਾ ਸੀਗਾ ਧੂਖ ਦਿਖਾਉਣੀ ਉਹ ਹੋ ਗਿਆ, ਪਰ ਜਿਹੜਾ ਉਹਦਾ ਨੈਕਸਟ ਪਾਰਟ ਸੀਗਾ ਉਹ ਨਹੀਂ ਪਾਇਆ। ਮੀਨ ਉਹਦੀ ਅੰਡਰਸਟੈਂਡਿੰਗ ਨਹੀਂ ਹੈਗੀ ਉਸ ਲੈਵਲ 'ਤੇ, ਉਸ ਨੂੰ ਉਸ ਪਤਾ ਨਹੀਂ ਕਿ ਬਲੀਵ ਆ ਕਿੱਥੋਂ ਰਿਹਾ ਹੈਗਾ। ਇਨ ਏ ਵੇ ਮੈਂ ਜਿਹੜਾ ਤੁਹਾਡੀ ਸਾਰੀ ਗੱਲਬਾਤ ਤੋਂ ਪਕੜ ਕਰ ਰਿਹਾ ਹੈਗਾ ਕਿ ਜਿਹੜੀ ਸਾਡੀ ਰੈਸ਼ਨਲ ਥਿੰਕਿੰਗ ਆ ਅਤੇ ਜਿਹੜਾ ਸਾਡਾ ਬਲੀਵ ਸਟਰਕਚਰ ਆ, ਸਮ ਟਾਈਮ ਦੇ ਗੋ ਹੈਂਡ ਇਨ ਹੈਂਡ। ਇਹ ਦੋਨੋਂ, ਕਿਉਂਕਿ ਜੇ ਕਿਤੇ ਉਹ ਰੈਸ਼ਨਲ ਵੇ ਦੇ ਨਾਲ ਉਸ ਨੂੰ ਅਸੀਂ ਪ੍ਰੂਵ ਨਹੀਂ ਕਰ ਪਾ ਰਹੇ ਤੇ ਉਹ ਸਾਡੇ ਅੰਦਰ ਵੀ ਇੱਕ ਡਾਊਟ ਕ੍ਰੀਏਟ ਕਰ ਰਿਹਾ ਕਿ ਈਵਨ ਦੋ ਆਈ ਐਮ ਬਿਲੀਵਿੰਗ ਇਨ ਇਟ ਬਟ ਸਮਹਾਓ this part of my own psyche actually not giving or not accepting it, ਉਹਨੂੰ ਐਕਸੈਪਟ ਨਹੀਂ ਕਰ ਰਿਹਾ। ਪਾਖੰਡ, ਸੋ ਉਸ ਰੂਪ ਵਿੱਚ ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੂਟ ਹੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟ ਹੈ। ਮਤਲਬ ਇੱਕ ਤਰੀਕੇ ਨਾਲ ਉਹ ਬਾਤ ਆ ਰਹੀ ਹੈ। ਪਰ ਹਾਂ, ਇਹ ਸਾਰੇ ਦੇ ਅੰਦਰ ਜੇ ਅਸੀਂ ਦੋਨਾਂ ਚੀਜ਼ਾਂ ਨੂੰ ਮੈਚ ਕਰਕੇ ਦੇਖਦੇ ਹਾਂ, ਫਿਰ ਆਪਾਂ ਬਾਣੀ ਦੇ ਪਰਸਪੈਕਟਿਵ ਦੁਬਾਰਾ ਵਾਪਸ ਆਵਾਂਗੇ। ਪਰ ਜਿਹੜੀ ਟੂਕ ਮਾਤਰ ਮੈਂ ਜਿਹੜੀ ਗੱਲ ਐਡ ਕਰਨੀ ਚਾਹ ਰਿਹਾ ਸੀ ਤੁਹਾਡੀ ਗੱਲ ਦੇ ਅੰਦਰ ਕਿ ਜਿਹੜਾ ਬਲੀਵ ਆ ਇਹਦਾ ਪਰਪਸ ਸਮਝ ਹੋਣਾ ਬੜਾ ਜ਼ਰੂਰੀ ਹੈ। ਹਾਂਜੀ, ਇਜ਼ ਇਟ ਰਾਈਟ? ਹਾਂਜੀ, ਕਿਉਂਕਿ ਬਲੀਫ ਵਿਦਆਊਟ ਪਰਪਸ ਇਜ਼ ਰਿਚੁਅਲ, ਅਤੇ ਰਿਚੁਅਲ ਹੈਗਾ ਕਿ ਇਨ ਦੀ ਐਂਡ ਵੀ ਅਸੀਂ ਕਰ ਰਹੇ ਹਾਂ ਪਰ ਸਾਨੂੰ ਪਤਾ ਕੁਛ ਨਹੀਂ ਵੀ ਇਹ ਕਿਉਂ ਕਰ ਰਹੇ ਹਾਂ। ਸੋ ਜਿਵੇਂ ਆਪਾਂ ਲੋਕ ਅੱਜ ਕੱਲ੍ਹ ਹਰ ਵੀ ਕਰਦੇ ਨੇ ਵੀ ਤੇਲ ਚੋ ਲਓ, ਗੱਲ ਹੈ ਕਿ ਪਤਾ ਕੁਛ ਨਹੀਂ ਹੈਗਾ। ਪਰ ਮੈਂ ਸੋਚਦਾ ਕਿ ਕਿਸੇ ਸਮੇਂ 'ਤੇ ਜੋ ਤੇਲ ਚੋਂਦੇ ਸੀਗੇ ਇਹ ਹੁੰਦਾ ਸੀ ਕਿਉਂਕਿ ਅਸੀਂ ਦੂਰ ਇੰਨਾ ਰਹਿੰਦੇ ਸੀਗੇ, ਦਰਵਾਜ਼ੇ ਵੀ ਉਹ ਸੀਗਾ ਦੱਸਣ ਵਾਲਾ ਵੀ ਦੇਖੋ ਸਾਡੇ ਦਰਵਾਜ਼ੇ ਵੀ ਆਪਣਾ ਚੂੰ ਚੂੰ ਕਰਨ ਲੱਗ ਪਏ ਨੇ। ਸੋ ਅਸੀਂ ਤੇਲ ਪਾਉਂਦੇ ਸੀ ਵੀ ਦੇਖੋ ਹੁਣ ਤੁਸੀਂ ਆਏ ਹੋ ਤਾਂ ਦਰਵਾਜ਼ੇ ਦਾ ਚੂੰ ਚੂੰ ਵੀ ਦੂਰ ਹੋ ਜਾਊਗਾ, ਕਿਉਂਕਿ ਦਰਵਾਜ਼ੇ ਬੋਲਦੇ ਸੀਗੇ। ਸੋ ਇਹ ਪਰ ਹੁਣ ਅਸੀਂ ਉਹ ਕਰ ਦਈਦਾ ਵੀ ਹਾਂਜੀ ਤੇਲ ਚੋ ਦਿਓ, ਤੇਲ ਚੋ ਦਿਓ, ਅਤੇ ਪਰ ਪਤਾ ਕੁਛ ਨਹੀਂ ਹੈਗਾ।
ਸੋ ਜਦੋਂ ਬਲੀਫ ਦਾ ਫਿਰ ਉੱਥੋਂ ਹੈਗਾ ਕਿ ਜਿਹੜੀ ਡਿਬੇਸਮੈਂਟ ਹੋ ਜਾਂਦੀ ਹੈ ਨਾ, ਜਿਹੜਾ ਪਰਪਸ ਸੀਗਾ ਉਹਦੀ ਡਿਬੇਸਮੈਂਟ ਹੋ ਗਈ, ਅਤੇ ਉੱਥੋਂ ਫਿਰ ਰਿਡੀਕਿਊਲ ਆ ਜਾਂਦਾ। ਸੋ ਰਿਡੀਕਿਊਲ ਜਦੋਂ ਆ ਗਿਆ ਤਾਂ ਫਿਰ ਉੱਥੋਂ ਹੁੰਦਾ ਕਿ ਇਹਦਾ ਤੁਸੀਂ ਕੋਈ ਮਤਲਬ ਹੀ ਨਾ ਰਿਹਾ। ਔਰ ਉਹ ਜਿਹੜੇ ਉਹ ਰਿਡੀਕਿਊਲ ਦੇ ਵਿੱਚ ਫਸ ਗਏ ਉਹ ਡਬਲ ਡਾਊਨ ਹੋ ਜਾਂਦੇ ਨੇ ਕਿ ਨਹੀਂ, ਹੁਣ ਉਹਨਾਂ ਨੂੰ ਹੁੰਦਾ ਕਿ ਅਸੀਂ ਠੀਕ ਸੀਗੇ ਤਾਂ ਹੀ ਇਹ ਸਾਨੂੰ ਰਿਡੀਕਿਊਲ ਕਰ ਰਹੇ ਨੇ, ਕਿਉਂਕਿ ਇਹਨਾਂ ਨੂੰ ਸਮਝ ਨਹੀਂ ਆ ਰਹੀ ਅਸੀਂ ਕਰ ਬਹੁਤ ਚੰਗੀ ਚੀਜ਼ ਰਹੇ ਹਾਂ। ਰਾਤ ਦਿਨ ਵੀ ਉਹਨਾਂ ਨੂੰ ਵੀ ਗੁਰੂ ਬਾਬਾ ਨਾਨਕ ਨੇ ਕਿਹਾ ਵੀ ਨਹੀਂ, ਮੈਂ ਤੁਹਾਨੂੰ ਇਨਵੋਲਵ ਕਰਨਾ ਚਾਹੁੰਦਾ, ਆਪਾਂ ਸੋਚੀਏ ਕਿ ਇਹ ਗੱਲ ਐਕਚੁਅਲੀ ਸ਼ੁਰੂ ਕਿੱਥੋਂ ਹੋਈ ਅਤੇ ਆਖਰ ਦਾ ਪਰਪਸ ਕੀ ਹੈ। ਸੋ ਬਲੀਫ ਐਂਡ ਰਿਚੁਅਲਸ ਨੀਡ ਅ ਪਰਪਸ, ਅਤੇ ਉਹ ਪਰਪਸ ਨੂੰ ਐਕਸਪਲੋਰ ਕਰਨਾ ਚਾਹੀਦਾ, ਉਹਨੂੰ ਐਗਜ਼ਾਮਨ ਕਰਨਾ ਚਾਹੀਦਾ, ਤਾਂ ਕਿ ਉੱਥੇ ਵੀ ਇੱਕ ਹੋਰ ਜਾਂ ਤਾਂ ਨੈਰੇਟਿਵ ਬਣਾਈਏ ਉਹਦੇ ਲਈ, ਜਾਂ ਹੈਗਾ ਕਿ ਉਹਨੂੰ ਆਪਾਂ ਰਿਡੰਡੈਂਟ ਕਰ ਦਈਏ ਕਿ ਐਕਚੁਅਲੀ ਹੁਣ ਇਹਦੀ ਲੋੜ ਨਹੀਂ ਹੈ, ਹੁਣ ਇਹਦੀ ਲੋੜ ਨਹੀਂ ਰਹੇਗੀ, ਤੇ ਜਿਹਨੂੰ ਕਰਨਾ ਹੈਗਾ ਤੇ ਉਹ ਪਰਪਸ ਨਾਲ ਹੋਵੇ। ਸੋ ਇਹੀ ਬਾਬਾ ਜੀ ਨੇ ਬਾਣੀ ਦੇ ਅੰਦਰ ਜਿਹੜਾ ਹੈਗਾ ਉਹ ਪੁਰਾਣੇ ਬਲੀਵ ਸਟਰਕਚਰ ਨੂੰ ਇੱਕ ਪਰਪਸ ਦਿੱਤਾ ਆ। ਜਿਵੇਂ ਕਿਹਾ ਮੈਂ ਤੇਰੇ ਜਨੇਊ ਦਾ ਮਤਲਬ ਬਰਖਲਾਫਤ ਨਹੀਂ ਕਰ ਰਿਹਾ, ਪਰ ਕਾਰਨ ਇਹ ਹੈਗਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾਹੀ ਤਾਂ ਪਾਂਡੇ ਘਾਤੋਂ ਭਲਿਆ। ਇਕੱਲੇ ਜਿਹੜਾ ਹੈਗਾ ਕਪਾਹ ਦੀ ਵੱਟੀ ਹੋਈ ਤੰਦ ਦੇ ਨਾਲ ਬਾਤ ਨਹੀਂ ਬਣਨੀ। ਐਕਚੁਅਲੀ ਇਹਦਾ ਜਿਹੜਾ ਪਰਪਸ ਸੀਗਾ, ਤੂੰ ਪਰਪਸ ਨਹੀਂ ਪਕੜਿਆ। ਜਿਵੇਂ ਅਸੀਂ ਤੇਲ ਚੋਣ ਦੀ ਗੱਲ ਕੀਤੀ, ਜੋ ਅਸੀਂ ਫੋਕਲੋਰ 'ਚ ਪੜ੍ਹਦੇ ਹੈਗੇ ਆ, ਸੋ ਉਹਦੇ 'ਚ ਹੁੰਦਾ ਸੀ ਲੱਕੜ ਦੇ ਤਾਕ ਹੁੰਦੇ ਸੀਗੇ, ਅਤੇ ਜ਼ਿਆਦਾਤਰ ਲੋਕੀ ਇੱਕ ਅੱਧੀ ਛੋਟੀ ਮੋਟੀ ਖਿੜਕੀ ਦਰਵਾਜ਼ਾ ਖੋਲ੍ਹ ਕੇ ਰੱਖਦੇ ਸੀ, ਕਿਉਂਕਿ ਜ਼ਿਆਦਾ ਦਰਵਾਜ਼ੇ ਖਿੜਕੀਆਂ ਨਹੀਂ ਸੀ ਹੁੰਦੇ, ਚੋਰੀ ਦਾ ਡਰ ਹੁੰਦਾ ਸੀਗਾ, ਲੁਕੋ ਕੇ ਚੀਜ਼ਾਂ ਰੱਖਣੀਆਂ। ਦਰਵਾਜ਼ੇ ਉਸ ਦਿਨ ਖੋਲ੍ਹੇ ਜਾਂਦੇ ਸੀ ਜਿਸ ਦਿਨ ਸੱਜਣ ਆਉਂਦੇ ਸੀਗੇ, ਜਿਨ੍ਹਾਂ ਦੇ ਆਇਆਂ ਤੇ ਕੋਈ ਡਰ ਨਹੀਂ ਸੀ ਹੁੰਦਾ, ਜਿਨ੍ਹਾਂ ਨੂੰ ਅਸੀਂ ਵੈਲਕਮ ਕਰਦੇ ਸੀ। ਅਤੇ ਤਾਕ ਇੰਨੇ ਸਮਾਂ ਦੇ ਭੀੜੇ ਹੋਏ ਨੇ ਕਿ ਉਹਨਾਂ ਤਾਕਾਂ ਦੇ ਵਿੱਚ ਖੁੱਲ੍ਹਣਾ ਸੀਗਾ, ਉਹਨਾਂ ਨੂੰ ਤੇਲ ਚੋਇਆ ਜਾਂਦਾ ਸੀਗਾ। ਸੋ ਇਹ ਆਸਾਨੀ ਨਾਲ ਖੁੱਲ੍ਹ ਜਾਣ ਸਾਡੇ ਲਈ। ਹੁਣ ਇਹ ਤਾਕ ਆਸਾਨੀ ਨਾਲ ਖੋਲ੍ਹ ਕੇ ਅਸੀਂ ਇਹਨਾਂ ਨੂੰ ਮਤਲਬ ਜੀ ਆਇਆਂ ਕਹਿਣਾ ਕਿਸੇ ਨੂੰ, ਕਿਸੇ ਦੇ ਅਸਲ ਉਹ ਜਿਹੜਾ ਬਾਹਰ ਦਾ ਤੇਲ ਚੋ ਕੇ ਤਾਕ ਖੋਲ੍ਹਣਾ, ਉਹ ਤਾਂ ਖੁੱਲ੍ਹਦਾ ਜੇ ਮਨ ਦਾ ਖੁੱਲ੍ਹਦਾ ਸੀ। ਇਨੇ ਵੇ ਉਹਦਾ ਪਰਪਸ ਉਹਦੇ ਉਸ ਲੈਵਲ 'ਤੇ ਸੀਗਾ, ਉਹ ਸਾਰੀ ਅੰਡਰਸਟੈਂਡਿੰਗ ਜਿਹੜੀ ਹੈਗੀ ਹੈ ਉਸ ਨੂੰ। ਅਤੇ ਮੇਰੇ ਖਿਆਲ ਦੇ ਜਿਹੜਾ ਗੁਰਬਾਣੀ ਦਾ ਕਨਸੈਪਟ ਹੈਗਾ ਆ ਕਿ ਵਿਚਾਰ ਦੇ ਨਾਲ, ਵਿਚਾਰਕ ਤੌਰ 'ਤੇ ਚੀਜ਼ਾਂ ਨੂੰ ਪਕੜਨਾ, ਗ੍ਰਿਪ ਕਰਨਾ, ਇਹੀ ਅਸਲ ਦੇ ਵਿੱਚ ਜਿਹੜਾ ਅਸੀਂ ਵੈਸਟਰਨ ਵਰਲਡ ਜਾਂ ਯੂਰੋਸੈਂਟਰਿਕ ਅਪਰੋਚ ਦੇ ਵਿੱਚ ਪੋਸਟ ਮਾਡਰਨਿਜ਼ਮ ਵਿੱਚ ਦੇਖ ਰਹੇ ਹੈਗੇ ਆ ਕਿ ਚੀਜ਼ਾਂ ਨੂੰ ਐਵੇਂ ਰੱਦ ਨਾ ਕਰ ਦਿਓ। ਮਤਲਬ ਮੈਂ ਇਹਨੂੰ ਨਹੀਂ ਮੰਨਦਾ ਤੇ ਮੈਂ ਰੱਦ ਕਰ ਦਿੱਤੀ, ਜਾਂ ਤੁਸੀਂ ਇਹਨੂੰ ਮੰਨਦੇ ਹੋ ਤੇ ਮੈਂ ਇਸ ਕਰਕੇ ਨਾ ਵੀ ਤੁਸੀਂ ਮੰਨਦੇ ਹੋ ਇਸ ਕਰਕੇ ਤੁਹਾਡੀ ਹੈਗੀ ਹੈ, ਮੇਰਾ ਇਹਦੇ ਨਾਲ ਕੋਈ ਵਾਬਸਤਗੀ ਨਹੀਂ ਹੈਗੀ। ਐਕਚੁਅਲੀ ਗੱਲ ਇਹ ਹੈ, ਤੁਹਾਡਾ ਵੀ ਮੇਰਾ ਸਾਂਝਾ ਹੈ ਤੇ ਮੇਰਾ ਵੀ ਤੁਹਾਡਾ ਸਾਂਝਾ ਹੈ। ਤੇ ਦੂਸਰਾ, ਅਸੀਂ ਸਾਰੇ ਇੱਕ ਬੀਇੰਗ ਦੇ ਵਿੱਚੋਂ ਆ ਰਹੇ ਹਾਂ, ਤੇ ਜਿਹੜੀਆਂ ਚੀਜ਼ਾਂ ਸਾਡੇ ਪੁਰਖਿਆਂ ਬਜ਼ੁਰਗਾਂ ਨੇ ਕੀਤੀਆਂ ਸਾਡੀਆਂ ਸਾਰਿਆਂ ਦੀਆਂ ਸਾਂਝੀਆਂ ਹੈਗੀਆਂ। ਸੋ ਇਸ ਸਾਂਝੀ ਵਾਲਤਾ ਦੇ ਸੰਕਲਪ ਦੇ ਵਿੱਚ ਰੱਦ ਕਰਨਾ ਜਾਂ ਨਾ ਮਤਲਬ ਕਿਸੇ ਚੀਜ਼ ਨੂੰ ਰਿਕਗਨਾਈਜ਼ ਨਹੀਂ ਕਰਨਾ ਜਾਂ ਉਸ ਨੂੰ ਰਿਜੈਕਟ ਕਰਨਾ, ਇਹ ਬਾਅਦ ਦੀ ਗੱਲ ਆ। ਪਹਿਲਾਂ ਆਪਾਂ ਗੱਲ ਤੇ ਕਰੀਏ ਵੀ ਆਪਾਂ ਆ ਕਿੱਥੋਂ ਰਹੇ ਹਾਂ। ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੀ ਗੱਲ ਕੀਤੀ ਵੀ ਆ ਕਿੱਥੋਂ ਰਹੇ, ਜਿਹੜੀ ਕਿਊਰੀਓਸਿਟੀ ਹੈਗੀ ਹੈ ਨਾ, ਜੇ ਅਸੀਂ ਗੁਰਬਾਣੀ ਵੱਲ ਦੇਖਦੇ ਹਾਂ ਤਾਂ ਗੁਰਬਾਣੀ 'ਚ ਕਿਊਰੀਓਸਿਟੀ ਹੈਗੀ ਹੈ ਕਿ ਮੈਨੂੰ ਸਮਝਾਓ, ਮੈਨੂੰ ਦੱਸੋ, ਬਾਤਾਂ ਕਰੀਏ। ਅਸੀਂ ਜੋ ਜੱਜਮੈਂਟ 'ਤੇ ਆ ਜਾਈਦਾ ਨਾ, ਅਤੇ ਜਦੋਂ ਅਸੀਂ ਵੀ ਜੇ ਫਰੇਜ਼ ਵੀ ਯੂਜ਼ ਕਰਦੇ ਹਾਂ ਵੈਲਿਊ ਫਰੀ ਜੱਜਮੈਂਟ, ਉੱਥੇ ਵੀ ਅਸੀਂ ਵੈਲਿਊ ਫਰੀ ਕਰਦੇ ਹਾਂ ਕਿ ਪਰ ਕਿਊਰੀਓਸਿਟੀ ਚਲੀ ਜਾਂਦੀ ਹੈ। ਜਦ ਤੱਕ ਕਿਊਰੀਓਸਿਟੀ ਨਹੀਂ ਹੈਗੀ ਉਦੋਂ ਤੱਕ ਉਹ ਬਲੀਫ ਸਿਸਟਮ ਜਿਹੜਾ ਹੈਗਾ ਉਹਦੀ ਐਕਸਪਲੋਰੇਸ਼ਨ ਨਹੀਂ ਹੁੰਦੀ, ਪਰ ਬਲਕਿ ਉਹਨੂੰ ਕਲੋਜ਼ ਕੀਤਾ ਜਾਂਦਾ। ਫਿਰ ਉੱਥੇ ਉਹ ਰੈਸ਼ਨਲ ਹੋ ਜਾਂਦਾ ਵੀ ਇਹ ਰੈਸ਼ਨਲ ਥੋੜ੍ਹਾ ਹੈ, ਵੀ ਇੱਦਾਂ ਥੋੜ੍ਹਾ ਕੋਈ ਚੀਜ਼ ਹੁੰਦੀ ਹੈ। ਇਹਦਾ ਮਤਲਬ ਇਹ ਹੈ ਕਿ ਜਿਹਨੂੰ ਅਸੀਂ ਅੱਜ ਪੋਸਟ ਮਾਡਰਨ ਐਰਾ ਕਹਿ ਰਹੇ ਹੈਗੇ ਹਾਂ, ਇਹਦੇ ਵਿੱਚ ਸਾਡੀ ਜਾਣਨ ਦੀ ਖਾਹਸ਼ ਅਤੇ ਹੋਰ ਜਾਣਨ ਦੀ ਖਾਹਸ਼ ਜਿਹੜੀ ਹੈ ਇਹ ਵੱਧ ਰਹੀ ਹੈ, ਜੋ ਕਿ ਇੱਕ ਚੰਗਾ ਸਾਈਨ ਆ। ਪਰ ਇਹ ਕਿਹਾ ਜਾਏ ਕਿ ਇਹ ਸਾਰੇ ਕਾਸੇ ਦਾ ਜਵਾਬ ਦੇ ਰਹੀ ਹੈ ਇਨ ਏ ਸਰਟਨ ਵੇ, ਇਹ ਨਹੀਂ ਹੈਗਾ। ਜੋ ਪੋਸਟ ਮਾਡਰਨਿਜ਼ਮ ਦੇ ਵਿੱਚ ਆ ਰਹੇ ਹਨ ਉਹ ਹੈਗਾ ਕਿ ਜਿਹੜੀ ਲੈਂਗੁਏਜ ਹੈਗੀ ਹੈ ਨਾ, ਲੈਂਗੁਏਜ ਬੜੀ ਪਾਵਰਫੁਲ ਹੈਗੀ ਹੈ ਕਿ ਇਹ ਡਿਫਾਈਨ ਕਿਵੇਂ ਚੀਜ਼ਾਂ ਕਰਦੀ ਹੈ। ਅਸੀਂ ਬੰਦੇ ਨੂੰ ਉੱਚਾ ਵੀ ਕਰ ਸਕਦੇ ਹਾਂ, ਅਸੀਂ ਬੰਦੇ ਨੂੰ ਨੀਵਾਂ ਵੀ ਕਰ ਸਕਦੇ ਹਾਂ, ਅਸੀਂ ਕਿਸੇ ਚੀਜ਼ ਨੂੰ ਪੱਥਰ ਵੀ ਕਹਿ ਸਕਦੇ ਹਾਂ ਅਤੇ ਕਿਸੇ ਚੀਜ਼ ਨੂੰ ਅਸੀਂ ਮੈਟਲ ਕਹਿ ਸਕਦੇ ਹਾਂ। ਪਰ ਲੈਂਗੁਏਜ ਦਾ ਅੰਡਰਸਟੈਂਡਿੰਗ ਬੜੀ ਜ਼ਰੂਰੀ ਹੈ, ਕਿਉਂਕਿ ਜੇ ਅਸੀਂ ਵਰਡਸ ਵਿਦਆਊਟ ਥਿੰਕਿੰਗ ਕਰਦੇ ਹਾਂ ਅਤੇ ਅਸੀਂ ਉੱਦਾਂ ਹੀ ਵਰਡਸ ਨੂੰ ਅਕਸੈਪਟ ਕਰ ਲੈਂਦੇ ਹਾਂ ਕਿ ਹਾਂ ਜੀ ਇਹਦਾ ਮਤਲਬ ਇਹੀ ਹੈ, ਤਾਂ ਉੱਥੇ ਜਿਹੜਾ ਹੈਗਾ ਉਹ ਮੋਡਰਨਿਟੀ ਦਾ ਏਰੀਆ ਸੀਗਾ, ਅਰੀਨਾ, ਵੀ ਸਰਟਨਟੀ ਹੈਗੀ ਹੈ ਵਰਡਸ ਦੀ। ਹੁਣ ਹੈਗਾ ਕਿ ਵਰਡਸ ਹੈਗੇ ਨੇ ਪਰ ਹਲੇ ਆਪਾਂ ਨੈਗੋਸ਼ੀਏਟ ਨਹੀਂ ਕੀਤਾ ਕਿ ਇਹਨਾਂ ਦਾ ਮਤਲਬ ਕੀ ਹੈ। ਪਹਿਲਾਂ ਆਪਾਂ ਨੈਗੋਸ਼ੀਏਟ ਕਰ ਲਏ ਕਿ ਮਤਲਬ ਕੀ ਹੈ। ਔਰ ਇਹੀ ਗੁਰਬਾਣੀ ਦਾ ਹੈਗਾ ਕਿ ਦੇਖੋ ਆਹ ਚੀਜ਼ ਹੈਗੀ ਹੈ,
ਹੁਣ ਆਪਾਂ ਇੱਥੇ ਵਿਚਾਰ ਕਰਦੇ ਹਾਂ ਕਿ ਇਹਦਾ ਆਪਣੇ ਤੇ ਅਪਲਾਈ ਕਿਵੇਂ ਕਰੀਏ ਤੇ ਕਿੱਥੋਂ ਕਰੀਏ। ਸ਼ਬਦਾਂ ਨੂੰ ਜਿੰਨੀ ਕੁ ਅਸੀਂ ਅੰਡਰਸਟੈਂਡਿੰਗ ਵਿੱਚ ਲੈ ਕੇ ਬੈਠੇ ਹਾਂ, ਇਸ ਤੋਂ ਬਿਯੋਂਡ ਵੀ ਹੋ ਸਕਦੇ ਹਾਂ ਤੇ ਇਸ ਤੋਂ ਬਿਯੋਂਡ ਹੈਗੇ ਨੇ ਉਹ, ਤੇ ਉਹਨਾਂ ਨੂੰ ਇਸ ਲੈਵਲ ਤੇ ਐਕਸੈਪਟ ਕਰਨਾ ਕਿ ਜਿਹੜਾ ਹੈਗਾ ਮੈਂ ਉਨੇ ਕੀ ਸ਼ਬਦ ਨੂੰ ਅੰਡਰਸਟੈਂਡ ਕਰ ਰਿਹਾ ਜਿੰਨਾ ਕਿ ਮੈਂ ਹੁਣ ਤੱਕ ਸਿੱਖਿਆ ਤੇ ਜਿੰਨਾ ਕਿ ਮੈਂ ਵੇਖ ਸਕਦਾ ਹਾਂ। ਇਸ ਤੋਂ ਅਗੰਮ ਹੈ, ਪਰੇ ਹੈ। ਅਸੀਂ ਜਦੋਂ ਬਚਨ ਪੜ੍ਹਦੇ ਹੈਗੇ ਆ ਕਿ ਬਾਣੀ ਦੇ ਵਿੱਚ ਅੰਮ੍ਰਿਤ ਪ੍ਰਵਾਹ ਸਰ ਅਤੁਲ ਭੰਡਾਰ ਪਰ, ਪਰੇ ਹੀ ਤੇ ਪਰੇ, ਅਪਰ ਅਪਾਰ ਪਰ, ਪਰਾਂ ਤੋਂ ਪਰਾਂ, ਪਰਾਂ ਤੋਂ ਪਰਾਂ, ਅਪਰ ਅਪਾਰ। ਮਤਲਬ ਕਿਸੇ ਚੀਜ਼ ਨੂੰ ਇੱਕ ਦਾਇਰੇ ਦੇ ਵਿੱਚ ਬੰਨ੍ਹ ਕੇ ਤੇ ਕਹਿਣਾ ਕਿ ਦੈਟਸ ਦ ਫਾਈਨਲ ਐਂਡ ਜਿਹੜੀ ਹੈਗੀ ਹੈ ਲੈਜੀਟੀਮੇਟ ਐਂਡ ਜਸਟ ਲੌਜਿਕ ਰੈਸ਼ਨਲ ਐਕਸਪਲੇਨੇਸ਼ਨ ਐਂਡ ਜਸਟ ਸਟਕ ਵਿਦ ਇਟ। ਇਹ ਚੀਜ਼ ਤੋਂ ਗੁਰਬਾਣੀ ਸਾਨੂੰ ਬਿਲਕੁਲ ਪਾਰ ਲੈ ਕੇ ਜਾਂਦੀ ਹੈ। ਬਲਕਿ ਜਦੋਂ ਤੁਸੀਂ ਬੋਲ ਰਹੇ ਸੀ ਮੈਨੂੰ ਯਾਦ ਆਇਆ ਵੀ ਆਪਾਂ ਜਪਜੀ ਸਾਹਿਬ ਪੜ੍ਹ ਪਾਤਾਲਾ ਪਾਤਾਲ ਲੱਖ ਗਾਸਾ ਓੜ ਕੋੜ ਗੱਲ ਹੈ ਕਿ ਉੱਥੇ ਗੁਰੂ ਸਾਹਿਬ ਇਹ ਗੱਲ ਵੀ ਕਰਦੇ ਨੇ ਕਿ ਠੀਕ ਹੈ ਮੈਂ ਮੰਨ ਲੈਂਦਾ ਕਿ ਤੁਸੀਂ ਧਰਤੀ ਬਲਦ 'ਤੇ ਖੜੀ ਹੈ, ਪਰ ਉਹ ਧੌਲਾ ਕਿਸ ਚੀਜ਼ 'ਤੇ ਖੜਾ ਹੈ, ਫਿਰ ਉਹਦੇ ਥੱਲੇ ਧਰਤੀ ਹੋ। ਗੱਲ ਕਿ ਹੁਣ ਤੁਸੀਂ ਇਸ ਨੂੰ ਸਾਇੰਸ ਦੇ ਪੱਖ ਤੋਂ ਵੀ ਦੇਖ ਸਕਦੇ ਹੋ ਕਿ ਬੜਾ ਰੈਸ਼ਨਲ ਐਕਸਪਲੇਨੇਸ਼ਨ ਹੈ, ਪਰ ਤੁਸੀਂ ਇਹਨੂੰ ਇਸ ਤੋਂ ਦੂਜੇ ਪਾਸੇ ਵੀ ਦੇਖ ਸਕਦੇ ਹੋ ਬਲੀਫ ਸਿਸਟਮ ਨੂੰ ਪੁੱਛਿਆ ਜਾ ਰਿਹਾ ਵੀ ਇਹ ਬਲੀਫ ਆ ਕਿੱਥੋਂ ਰਿਹਾ, ਆਖਰ ਇਹਦਾ ਸੱਚਾਈ ਕੀ ਹੈ। ਇਸ ਨੂੰ ਡਿਗ ਡਾਊਨ ਕਰੀਏ। ਅਸੀਂ ਨੂੰ ਰੱਦ ਕਰਨ ਦੀ ਮਿਸਾਲ ਹੀ ਨਹੀਂ ਸੀ ਦੇਣੀ। ਰੱਦ ਕਰ ਦਿੰਦੇ ਤੇ ਮਿਸਾਲ ਨਹੀਂ ਸੀ ਦੇਣੀ। ਉਹਨੂੰ ਰੱਦ ਕਰਨ ਦੀ ਬਜਾਏ ਉਸ ਨੂੰ ਕਿਹਾ ਇਸ ਨੂੰ ਕੋਖਦੇ ਆ, ਪੜਤਾਲਦੇ ਆ, ਜੋ ਕਿਸੇ ਨੇ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਆਪਾਂ ਉਹਨੂੰ ਨਾ ਪਕੜੀਏ ਪਹਿਲਾਂ। ਹਾਂ, ਆਪ ਸਮੂਹ ਦਾ ਦੇਖਣ ਸਰਵਣ ਕਰਨ ਵਾਸਤੇ ਬੜਾ ਧੰਨਵਾਦ। ਉਮੀਦ ਕਰਦੇ ਹਾਂ ਕੁਝ ਆਪ ਜੀ ਨੂੰ ਵੀ ਇਹਦੇ ਨਾਲ ਜਿਹੜਾ ਆਪ ਕਿਊਰੀਅਸ ਹੋਏ ਹੋਵੋਗੇ, ਹੋਰ ਸਮਝਣ ਹੋਰ ਜਾਣਨ ਵਾਸਤੇ। ਗੁਰਬਾਣੀ ਵੱਡਾ ਖਜ਼ਾਨਾ ਹੈ ਸਾਡੇ ਕੋਲ, ਪਰ ਜਿਹੜੀ ਸਾਰੀ ਦੁਨੀਆ ਦੀ ਸਿਵਲਾਈਜੇਸ਼ਨ ਵਿੱਚ ਜਿਹੜੀ ਸਾਡੇ ਕੋਲ ਨਵੀਂ ਤੋਂ ਨਵੀਂ ਗਿਆਨ ਦੀ ਰੌਸ਼ਨੀ ਆ ਰਹੀ ਹੈ, ਅਸੀਂ ਉਸ ਨੂੰ ਵੀ ਸਹਿਜਣਾ ਹੈ, ਜਾਣਨਾ ਹੈ। ਅਤੇ ਇਸ ਸਾਰੇ ਦੇ ਅੰਦਰ ਜੋ ਗੁਰਬਾਣੀ ਹੈ ਉਹ ਸਾਡੇ ਵਾਸਤੇ ਇੱਕ ਚਾਨਣ ਮੁਨਾਰਾ ਹੈ। ਜਿੱਥੇ ਕਿਤੇ ਅਸੀਂ ਸਟਕ ਫੀਲ ਕਰੀਏ, ਜਿਵੇਂ ਅਸੀਂ ਆਪਣੀ ਸਿਚੁਏਸ਼ਨ 'ਚ ਗੱਲ ਕਰ ਰਹੇ ਹਾਂ, ਅਸੀਂ ਗੁਰਬਾਣੀ ਵੱਲ ਦੇਖਦੇ ਹਾਂ ਅਤੇ ਉਹ ਸਾਨੂੰ ਫਿਰ ਇੱਕ ਨਵੀਂ ਲਾਈਟ, ਇੱਕ ਨਵੀਂ ਰੌਸ਼ਨੀ, ਇੱਕ ਨਵੇਂ ਹੋਰ ਮੰਜ਼ਰ ਨੂੰ ਸਾਡੇ ਸਾਹਮਣੇ ਪ੍ਰਗਟ ਕਰਦੀ ਹੈ। ਇਹੀ ਸਭ ਤੋਂ ਵੱਡੀ ਗਲੋਰੀ ਹੈ ਗੁਰਬਾਣੀ ਦੀ, ਅਤੇ ਆਪਾਂ ਇਸ ਸਾਰੇ ਨੂੰ ਮਾਣ ਸਕੀਏ, ਵੇਖ ਸਕੀਏ, ਇਹਦੀ ਅਰਦਾਸ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਸੋ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।